ਸ੍ਰੀ ਵਾਹਿਗੁਰੂ। ਗੁਰੂ ਨਾਨਕ ਪਾਦ ਬੰਦਨ ਸਿਮਰੋ ਅੰਗਦ ਦੁਖ ਗੁਰ ਅਮਰਦਾਸ ਹਿਰਦੈ ਨਿਤ ਸ਼੍ਰੀ ਗੁਰੂ ਰਾਮਦਾਸ ਗੁਰੂ ਅਰਜਨ ਬਿਘਨਨ ਕੇ ਨਾਸਕ ਹਰ ਗੋਬਿੰਦ ਸ਼ੁਭ ਮਤ ਪ੍ਰਕਾਸ਼ਕ ਸ਼੍ਰੀ ਹਰਿ ਰਾਏ ਮੋਕਾਰ ਜੋੜੀ ਨਾਮੋ ਕਰ ਜੋੜੀ ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਬੇਸਾਲਾ ਪਰੋਂ ਤਰਾ ਪਰ ਪੁੰਨ ਪੁੰਨ ਸੀਸਾ ਜੀ ਪੁੰਨ ਪੁੰਨ ਸੀਸਾ ਬੰਦੋਂ ਬਾਰ ਬਾਰ ਜਗਦੀਸਾ ਏਕੰਕਾਰ ਸਤਿਗੁਰੂ ਤੇਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ ਬੇਗਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ ਬੇਗਨ ਬਿਨਾਸਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸਾਹਿਬ ਪਹੁੰਚੇ ਨਦੀ ਤਟ ਸਿਵਰ ਕਰਿਓ ਸ਼ੁਭ ਥਾਨ। ਸਿੰਘ ਰਹੇ ਪਾਛੇ ਕਿਤਕ ਧਰੇ ਤੁਫੰਗ ਕਮਾਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਨਮਾਨਯੋਗ ਗੁਰਦੇਵ ਦੇ ਪਰਮ ਪਿਆਰ ਚ ਪਰੋਤੀ ਹੋਈ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਜਿਨ ਕੇ ਭਾਗ ਬੜੇ ਹੈ ਭਾਈ ਤਿਨ ਸਾਧੂ ਸੰਗ ਮੁਖ ਜੁਰੇ। ਵੱਡਿਆਂ ਭਾਗਾਂ ਵਾਲੇ ਹੋ ਕੇ ਨੇਤਾ ਪ੍ਰਤੀ ਦੀਨ ਦੁਨੀਆ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ 'ਚ ਨੌਵੇਂ ਪਾਤਸ਼ਾਹ ਜਗਤ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨ ਛੋਹ ਪ੍ਰਾਪਤ ਇਤਿਹਾਸਕ ਸਥਾਨ ਤੇ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਦੀਆਂ ਘੜੀਆਂ ਗੁਰੂ ਲੇਖੇ ਲਾ ਕੇ ਸਫਲ ਔਰ ਸਕਾਰਥਾ ਕਰਦੇ। ਕਲਗੀਧਰ ਜੀ ਦੇ ਪਾਵਨ ਪਵਿੱਤਰ ਇਤਿਹਾਸ ਦੀ ਲੜੀਵਾਰ ਕਥਾ ਨਿਤਾ ਪ੍ਰਤ ਹੋਤ ਹੈ। ਸੁਨਹੁ ਸਿੰਘ ਸੁਜਾਨ ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੈ ਕਲਿਆਣ। ਨਿਤਾ ਪ੍ਰਤੀ ਸਤਿਗੁਰਾਂ ਦੇ ਪਾਵਨ ਦਰਬਾਰ 'ਚ ਕਥਾ ਹੁੰਦੀ ਹੈ ਔਰ ਸੁਜਾਨ ਸਿੱਖ ਬੜੇ ਪਿਆਰ ਨਾਲ ਕਥਾ ਸੁਣਦੇ ਹਨ। ਧੰਨ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ ਸਤਿਗੁਰਾਂ ਦੀ ਜੋ ਪਾਵਨ ਕਥਾ ਹੈ, ਜਿਹੜਾ ਸੁਣਦਾ ਹੈ ਉਹਦੀ ਕਲਿਆਣ ਹੁੰਦੀ ਹੈ।
ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੈ ਕਲਿਆਣ। ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਉਹਨਾਂ ਦੀ ਸਦਾ ਕਲਿਆਣ ਕਰਦੇ ਹਨ। ਇਹ ਕਲਿਆਣਕਾਰੀ ਕਥਾ ਹੈ। ਸਤਿਗੁਰੂ ਜੀ ਨੇ ਆਗਰੇ ਵਿੱਚ ਦੁਸਹਿਰੇ ਦੇ ਜੋੜ ਮੇਲੇ ਮਨਾਏ ਹਨ। ਸ਼ਸਤਰਾਂ ਦੀ ਪੂਜਾ ਹੋਈ ਹੈ, ਸ਼ਸਤਰਾਂ ਦੀ ਸੇਵਾ ਹੋਈ ਹੈ। ਬਾਦਸ਼ਾਹ ਬਹਾਦਰ ਸ਼ਾਹ ਰਾਜਪੂਤਾਨੇ ਦੇ ਇਲਾਕੇ ਵੱਲ ਵਧਿਆ। ਕਲਗੀਧਰ ਜੀ ਨੂੰ ਨਾਲ ਜਾਣ ਵਾਸਤੇ ਬੇਨਤੀ ਕੀਤੀ, ਪਰ ਸਤਿਗੁਰਾਂ ਆਖਿਆ ਅਸੀਂ ਤਾਂ ਭਾਈ ਸ਼ਸਤਰਾਂ ਦੀ ਪੂਜਾ ਕਰਕੇ ਦੁਸਹਿਰੇ ਦਾ ਜੋੜ ਮੇਲਾ ਮਨਾ ਕੇ ਤੇਰੇ ਪਿੱਛੇ ਆਵਾਂਗੇ। ਤੋ ਦੁਸਹਿਰੇ ਦੇ ਜੋੜ ਮੇਲੇ ਤੋਂ ਪਰੰਤ ਸਤਿਗੁਰੂ ਜੀ ਨੇ ਆਗਰੇ ਤੋਂ ਰਾਜਪੂਤਾਨੇ ਦੇ ਇਲਾਕੇ ਵਿੱਚ, ਰਾਜਸਥਾਨ ਦੇ ਇਲਾਕੇ 'ਚ ਚਾਲਾ ਮਾਰਿਆ। ਬਹਾਦਰ ਸ਼ਾਹ ਨੂੰ ਜਾ ਕੇ ਰਸਤੇ ਵਿੱਚ ਮਿਲੇ। ਚਲਦਿਆਂ ਚਲਦਿਆਂ ਸਤਿਗੁਰੂ ਜੀ ਆਪਣੇ ਖਾਲਸੇ ਸਮੇਤ ਚਿਤੌੜਗੜ੍ਹ ਆਏ ਹਨ। ਚਿਤੌੜਗੜ੍ਹ ਸਤਿਗੁਰਾਂ ਨੇ ਡੇਰਾ ਕੀਤਾ। ਕੁਝ ਕੁ ਸਿੰਘ ਚਿਤੌੜ ਦਾ ਕਿਲਾ ਵੇਖਣ ਲਈ ਗਏ। ਉੱਥੋਂ ਦੇ ਰਹਿਣ ਵਾਲੇ ਜਿਹੜੇ ਵਸਿੰਦੇ ਸਨ ਉਹਨਾਂ ਨਾਲ ਸਿੱਖਾਂ ਦਾ ਮਾਰ ਬਕਾਰਾ ਹੋ ਗਿਆ। ਘਾਹ ਲਿਆਉਣ ਤੋਂ ਮਾਰ ਬਕਾਰਾ ਹੋਇਆ, ਜੰਗ ਵੱਧ ਗਿਆ। ਪਿੱਛੋਂ ਮਹਾਰਾਜ ਜੀ ਨੇ ਕੁਝ ਹੋਰ ਸਿੰਘ ਉਹਨਾਂ ਦੀ ਮਦਦ ਲਈ ਭੇਜੇ। ਅਖੀਰ ਖਾਲਸਾ ਸ਼ੇਰ ਪੰਜਾ ਮਾਰ ਕੇ ਸਿੰਘ ਜਿੱਤ ਕੇ ਵਾਪਸ ਆਏ। ਸਤਿਗੁਰਾਂ ਨੇ ਸਿੰਘਾਂ ਦੀ ਉਸ ਵੇਲੇ ਤਾੜਨਾ ਵੀ ਕੀਤੀ ਕਿ ਤੁਸੀਂ ਇੱਥੇ ਵਿਦੇਸ਼ ਵਿੱਚ ਆਏ ਹੋ, ਸਾਡੀ ਆਗਿਆ ਤੋਂ ਬਿਨਾਂ ਲੜਾਈ ਕੀਤੀ ਯੋਗ ਨਹੀਂ। ਜੋ ਸਾਰੇ ਇਕੱਠੇ ਹੋ ਕੇ ਤੁਹਾਡੇ ਤੇ ਹਮਲਾ ਕਰ ਦਿੰਦੇ, ਅਸੀਂ ਨਾ ਇੱਥੇ ਹੁੰਦੇ, ਬਾਕੀ ਸਿੰਘ ਹੋਰ ਨਾ ਹੁੰਦੇ ਤਾਂ ਉਹ ਤੁਹਾਨੂੰ ਇੱਕੋ ਹਮਲੇ 'ਚ ਮਾਰ ਸਕਦੇ ਸੀ, ਨੁਕਸਾਨ ਹੁੰਦਾ। ਅੱਗੇ ਤੋਂ ਜੇ ਕਦੇ ਐਸਾ ਮਾਹੌਲ ਬਣ ਜਾਏ ਤਾਂ ਭਾਈ ਪਹਿਲਾਂ ਆਪਣੇ ਮੁਖੀਆਂ ਨਾਲ, ਆਗੂਆਂ ਨਾਲ ਗੁਰਮਤਾ ਕਰ ਲੈਣਾ। ਸਿੰਘਾਂ ਨੇ ਆਖਿਆ ਮਹਾਰਾਜ ਜੀ ਸਤ ਬਚਨ। ਕਲਗੀਆਂ ਵਾਲੇ ਪਾਤਸ਼ਾਹ ਦਇਆਨੰਦ ਸੁਆਮੀ ਜੀ ਚਤੌੜ ਤੋਂ ਜਦੋਂ ਅੱਗੇ ਨੂੰ ਜਾਣ ਲੱਗੇ, ਪਤਾ ਲੱਗਾ ਰਸਤਾ ਠੀਕ ਨਹੀਂ। ਉੱਥੋਂ ਰਸਤਾ ਵੱਟ ਕੇ ਨਰਮਦਾ ਵਾਲੇ ਪਾਸੇ ਸਤਿਗੁਰੂ ਜੀ ਵਧੇ ਨੇ, ਜਿੱਥੇ ਨਰਮਦਾ ਨਦੀ ਵਗਦੀ ਹੈ। ਬਹਾਦਰ ਸ਼ਾਹ ਦਾ ਉੱਥੇ ਹੀ ਡੇਰਾ ਸੀ। ਕਲਗੀਧਰ ਜੀ ਵੀ ਚੱਲ ਕੇ ਪਹੁੰਚੇ। ਨਰਮਦਾ ਦੇ ਕਿਨਾਰੇ ਰਮਣੀਕ ਥਾਂ ਵੇਖ ਕੇ ਸਤਿਗੁਰਾਂ ਨੇ ਪੜਾਅ ਕੀਤਾ। ਕੁਝ ਕੁ ਸਿੰਘ ਪਿੱਛੇ ਰਹਿ ਗਏ ਨੇ, ਉਹ ਵੀ ਆ ਰਹੇ ਨੇ। ਆਓ ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰੂ ਕਲਗੀਧਰ ਜੀ ਦੇ ਪਾਵਨ ਪਵਿੱਤਰ ਇਤਿਹਾਸ ਦੀ ਚੱਲ ਰਹੀ ਲੜੀਵਾਰ ਕਥਾ ਸਰਵਣ ਕਰੀਏ। ਗਰੀਬ ਨਵਾਜ ਸਾਹਿਬ ਦੇ ਪਾਵਨ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਉਂਦੇ ਆਖੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸਾਹਿਬ ਪਹੁੰਚੇ ਨਦੀ ਤਟ, ਸਿਵਰ ਕਰਿਓ ਸ਼ੁਭ ਥਾਨ। ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਚਲਦਿਆਂ ਚਲਦਿਆਂ ਨਰਮਦਾ ਨਦੀ ਦੇ ਕਿਨਾਰੇ ਪਹੁੰਚੇ ਨੇ। ਸ਼ੁਭ ਥਾਂ, ਭਲਾ ਥਾਂ ਵੇਖ ਕੇ ਸਤਿਗੁਰੂ ਜੀ ਨੇ ਡੇਰਾ ਕੀਤਾ ਹੈ। ਸਿੰਘ ਰਹੇ ਪਾਛੇ ਕਿਤਕ, ਧਰੇ ਤੁਫੰਗ ਕਮਾਨ। ਕੁਝ ਕੁ ਸਿੰਘ ਪਿੱਛੇ ਰਹਿ ਗਏ, ਕਿਉਂਕਿ ਮਹਾਰਾਜ ਜੀ ਦੇ ਨਾਲ ਜਿਹੜੀਆਂ ਫੌਜਾਂ ਸਨ, ਕੁਝ ਸਿੰਘ ਅੱਗੇ ਸਤਿਗੁਰਾਂ ਨਾਲ ਆ ਗਏ। ਕੁਝ ਕੁ ਜਿਵੇਂ 94 ਜੇ ਸਿੰਘ ਸਨ ਉਹ ਪਿੱਛੇ ਰਹਿ ਗਏ। ਉਹਨਾਂ ਦੇ ਕੋਲ ਸ਼ਸਤਰ ਨੇ, ਬੰਦੂਕਾਂ ਨੇ, ਤੀਰ ਕਮਾਨ ਹਨ। ਚੌਪਈ ਘਾਸ ਲੈਣ ਕੇ ਹਿਤ ਬਿਰਮਾਏ। ਜਦੋਂ ਸਿੰਘ ਪਿੱਛੋਂ ਆ ਰਹੇ ਸਨ ਉਹਨਾਂ ਨੇ ਵੇਖਿਆ ਕਿ ਘਾਹ ਹੈ। ਘੋੜਿਆਂ ਵਾਸਤੇ ਘਾਹ ਪੱਠੇ ਦੀ ਲੋੜ ਤਾਂ ਰਹਿੰਦੀ ਹੈ ਸਿੰਘਾਂ ਨੂੰ। ਸਿੰਘ ਆਪਣੇ ਭੋਜਨ ਦਾ ਪ੍ਰਬੰਧ ਬਾਅਦ ਕਰਦੇ, ਪਹਿਲਾਂ ਆਪਣੇ ਵਾਹਨਾਂ ਦਾ, ਘੋੜਿਆਂ ਦਾ ਖਿਆਲ ਕਰਦੇ ਵੀ ਪਹਿਲਾਂ ਇਹਨਾਂ ਨੂੰ ਛਕਾਉਣਾ। ਤੋ ਜਾਨ ਭਾਈ ਕਹਿੰਦੇ ਸਿੰਘ ਆਪਣੇ ਘੋੜਿਆਂ ਨੂੰ। ਸਿੰਘਾਂ ਨੇ ਵੇਖਿਆ ਕਿ ਸਤਿਗੁਰੂ ਜੀ ਨੇ ਅੱਗੇ ਪੜਾਅ ਕਰ ਲਿਆ ਤੇ ਪਿੱਛੇ ਘਾਹ ਸੀ।
ਘਾਹ ਵੇਖ ਕੇ ਸਿੰਘ ਉੱਥੇ ਘਾਹ ਜਿਹੜਾ ਸੀ ਉਹ ਇਕੱਠਾ ਕਰਨ ਲੱਗ ਪਏ। ਰੋਕਿਓ ਜਾਏ ਭਾਰ ਬੰਦਵਾਏ। ਜਿਹੜੇ ਬਹਾਦਰ ਸ਼ਾਹ ਦੇ ਸਿਪਾਹੀ ਸਨ ਉਹ ਵੀ ਉੱਥੇ ਘਾਹ ਵੱਢਦੇ ਸੀ। ਉਹਨਾਂ ਨੇ ਸਿੰਘਾਂ ਨੂੰ ਵੇਖ ਕੇ ਸਿੰਘਾਂ ਨੂੰ ਜਾ ਕੇ ਰੋਕਿਆ। ਉਹਨਾਂ ਨੂੰ ਰੋਕ ਕੇ ਉਹਨਾਂ ਦੇ ਜਿਹੜੇ ਭਾਰ ਸਨ ਉੱਥੇ ਰਖਾ ਲਏ। ਉਤਤੇ ਕੁਛ ਦਲ ਸੁਪਾਟ ਕਨੇਰੇ। ਉਧਰੋਂ ਸਿਪਾਹੀ ਜਿਹੜੇ ਸਨ ਬਹਾਦਰ ਸ਼ਾਹ ਦੇ ਉਹ ਆ ਗਏ। ਉਤੇ ਸ਼ਾਹ ਹੋ ਕੇ ਪਿਖਿਓ ਬਡੇਰੇ। ਉਹ ਬਹਾਦਰ ਸ਼ਾਹ ਦੇ ਜਿਹੜੇ ਚੰਗੇ ਵਧੀਆ ਜਰਨੈਲ ਸੀ ਉਹਨਾਂ ਵਿੱਚੋਂ ਚੰਗੇ ਸਿਪਾਹੀ ਸੀ। ਉਹਨਾਂ ਨੇ ਸਿੰਘਾਂ ਨੂੰ ਘਾਹ ਉੱਥੋਂ ਲਿਜਾਂਦਿਆਂ ਵੇਖਿਆ ਤੇ ਉਹਨਾਂ ਨੂੰ ਆ ਕੇ ਰੋਕ ਟੋਕ ਕੀਤੀ। ਕਹੇ ਸੋ ਹਮਲੀ ਨੇ ਤ੍ਰਿਣ ਘਨੇ। ਕਹਿਣ ਲੱਗੇ ਘਾਹ ਸਾਡਾ। ਸਿੰਘ ਕਹਿਣ ਵੀ ਘਾਹ ਸਾਡਾ, ਅਸੀਂ ਖੋਤਰਿਆ ਸਾਸੀ, ਇਹਨੂੰ ਪੰਡਾ ਬੰਨ ਕੇ ਅਸੀਂ ਆਪਣੇ ਨਾਲ ਲੈ ਕੇ ਚੱਲੇ ਆ। ਇੱਥੋਂ ਕਹਿਆ ਸੁਣੀ ਹੋ ਗਈ ਦੋਹਾਂ ਪਾਸੇ। ਹਾਂਜੀ, ਅਬ ਕੈਸੇ ਮਾਲਕ ਅਬ ਬਨੇ। ਉਹ ਕਹਿਣ ਵੀ ਅਸੀਂ ਇਹ ਘਾਹ ਦੇ ਮਾਲਕ ਆ। ਸਿੰਘ ਕਹਿਣ ਵੀ ਅਸੀਂ ਆ, ਅਸੀਂ ਖੋਤਰਿਆ, ਅਸੀਂ ਵੱਢ ਕੇ ਪੰਡਾਂ ਬੱਧੀਆਂ ਨੇ, ਤੁਸੀਂ ਇਹਦੇ ਮਾਲਕ ਕਿਵੇਂ ਹੋ ਗਏ? ਇਹ ਆਖਣ ਜੀ ਅਸੀਂ ਮਾਲਕ ਆ, ਹਿੰਦੁਸਤਾਨ ਦੇ ਉੱਤੇ ਸਾਡਾ ਰਾਜ ਹੈ। ਸਿੰਘ ਕਹਿਣ ਖਾਲਸੇ ਦਾ ਰਾਜ ਹੈ, ਜਿੱਥੇ ਖਲੋ ਜੇ ਉੱਥੇ ਹੀ ਖਾਲਸੇ ਦਾ ਰਾਜ ਹੈ। ਏਦਾਂ ਆਪਸੀ ਕਾਹ ਸੁਣੀ ਜਿਹੜੀ ਸੀ ਉਹ ਵੱਧ ਗਈ। ਕੇ ਤਿਕ ਤੁਰਕ ਤਿਨ ਮਹਿ ਅਸ ਹੁਤੇ। ਇਹਨਾਂ ਤੁਰਕਾਂ ਦੇ ਵਿੱਚੋਂ ਕੁਝ ਤੁਰਕ ਐਸੇ ਵੀ ਸਨ ਜਿਨ ਸਨ ਬੰਦੀ ਸਿੰਘਨ ਹਤੇ। ਜਿਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਜੰਗ ਦੇ ਮੈਦਾਨ 'ਚ ਸਿੰਘਾਂ ਨੇ ਮਾਰਿਆ ਸੀ। ਬਹਾਦਰ ਸ਼ਾਹ ਦੇ ਜਿਹੜੇ ਸਿਪਾਹੀ ਸਿੰਘਾਂ ਨਾਲ ਆ ਕੇ ਲੜ ਰਹੇ ਨੇ, ਇਹਨਾਂ ਵਿੱਚੋਂ ਕੁਝ ਸਿਪਾਹੀ ਐਸੇ ਸੀ ਜਿਨ੍ਹਾਂ ਦੇ ਕੁਝ ਰਿਸ਼ਤੇਦਾਰ ਸੰਬੰਧੀ, ਕਿਸੇ ਦਾ ਚਾਚਾ, ਕਿਸੇ ਦਾ ਤਾਇਆ, ਕਿਸੇ ਦਾ ਭਰਾ, ਉਹ ਰਣ ਭੂਮੀ ਵਿੱਚ ਖਾਲਸੇ ਦੇ ਹੱਥੋਂ, ਸਿੰਘਾਂ ਦੇ ਹੱਥੋਂ ਮਾਰਿਆ ਗਿਆ ਸੀ। ਆਨੰਦਪੁਰ ਬੜ ਜੰਗ ਮਝਾਰਾ। ਦੁੱਖ ਸੀ ਵੀ ਇਹਨਾਂ ਸਿੰਘਾਂ ਨੇ ਸਾਡੇ ਰਿਸ਼ਤੇਦਾਰਾਂ ਨੂੰ, ਸੰਬੰਧੀਆਂ ਨੂੰ ਮਾਰਿਆ। ਮਨ 'ਚ ਵੈਰ ਤਾਂ ਰੱਖਦੇ ਹੀ ਸੀ ਨਾ। ਭਾਵੇਂ ਬਹਾਦਰ ਸ਼ਾਹ ਦੇ ਨਾਲ ਚੱਲ ਰਹੇ ਨੇ, ਮਹਾਰਾਜ ਜੀ ਦੇ ਸਿੰਘ ਵੀ ਨਾਲ ਨੇ, ਪਰ ਇਹਨਾਂ ਦੇ ਮਨ 'ਚ ਈਰਖਾ ਜ਼ਰੂਰ ਸੀ ਸਿੰਘਾਂ ਪ੍ਰਤੀ ਕਿ ਇਹਨਾਂ ਨੇ ਸਾਡੇ ਬਹੁਤ ਸਾਰੇ ਸੰਬੰਧੀ ਜਿਹੜੇ ਨੇ ਉਹ ਸ੍ਰੀ ਆਨੰਦਪੁਰ ਸਾਹਿਬ ਦੇ ਵਿੱਚ ਮਾਰੇ ਨੇ। ਉਹਨਾਂ ਦੀ ਖਬਰ ਇਹਨਾਂ ਤੱਕ ਪਹੁੰਚੀ ਸੀ। ਇਹ ਬੜੇ ਸ਼ੋਕਾਤੁਰ ਸਨ। ਸਿਮਰਨ ਕਰਿਓ ਬੈਰ ਪਛਾਤੀ। ਇਹਨਾਂ ਨੇ ਆਪਣਾ ਉਹ ਪੁਰਾਣਾ ਵੈਰ ਚੇਤੇ ਕੀਤਾ ਵੀ ਹੁਣ ਮੌਕਾ ਹੈ। ਇਹ ਥੋੜੇ ਜਿਹੇ ਸਿੰਘ ਨੇ, ਇਹਨਾਂ ਨੂੰ ਕਾਬੂ ਕਰਕੇ ਮਾਰ ਕੇ ਆਪਣੇ ਰਿਸ਼ਤੇਦਾਰਾਂ ਦੀ ਮੌਤ ਦਾ ਬਦਲਾ ਇਹਨਾਂ ਕੋਲੋਂ ਲੈਣੇ ਆ। ਏਦਾਂ ਦੀ ਈਰਖਾ, ਏਦਾਂ ਦੀ ਦਵੈਸ਼ ਇਹਨਾਂ ਸਿਪਾਹੀਆਂ ਦੇ ਹਿਰਦਿਆਂ ਵਿੱਚ ਆਈ। ਹੋਤ ਪਏ ਆਯੁਧ ਕੇ ਘਾਤੀ। ਉਸੇ ਵਕਤ ਕਹਿੰਦੇ ਹਥਿਆਰ ਧੂ ਲਏ ਇਹਨਾਂ ਨੇ, ਸ਼ਸਤਰ ਜਿਹੜੇ ਸਨ ਉਹ ਧੂ ਲਏ ਲੜਨ ਵਾਸਤੇ। ਇਤ ਸਿੰਘਨ ਪੀ ਧੁਪਕ ਚਲਾਈ। ਜਦੋਂ ਉਧਰੋਂ ਬਹਾਦਰ ਸ਼ਾਹ ਦੇ ਸਿਪਾਹੀ ਗਲ ਪਏ ਤੇ ਫਿਰ ਸਿੰਘਾਂ ਵੀ ਅੱਗੋਂ ਬੰਦੂਕਾਂ ਸਿੱਧੀਆਂ ਕਰ ਲਈਆਂ। ਉਹ ਹਾਲੇ ਤਿਆਰੀ ਕਰ ਰਹੇ ਸਨ, ਸਿੰਘਾਂ ਨੇ ਗੋਲੀਆਂ ਵੀ ਦਾਗ ਦਿੱਤੀਆਂ। ਨਾ ਹਕ ਹੀ ਬਜ ਪਰੀ ਲੜਾਈ। ਬਿਨਾਂ ਗੱਲ ਤੋਂ ਲੜਾਈ ਮਚ ਗਈ। ਕੋਈ ਬਹੁਤੀ ਕਿੱਡੀ ਕਬੱਡੀ ਗੱਲ ਸੀ? ਗੱਲ ਤਾਂ ਅਸਲ ਵਿੱਚ ਉਹ ਰੰਜਿਸ਼ ਸੀ ਪੁਰਾਣੀ। ਇਹਨਾਂ ਤੁਰਕਾਂ ਦੇ ਮਨ ਚੋਂ ਕੱਢਦੇ ਸੀ, ਕਿਹੜ ਕੱਢਦੇ ਸੀ, ਪੁਰਾਣੀ ਦੁਸ਼ਮਣੀ ਦਾ ਵੈਰ ਲੈਂਦੇ ਸੀ। ਤੇ ਬਿਨਾਂ ਗੱਲ ਤੋਂ ਹੀ ਕਹਿੰਦੇ ਵੇਖਦਿਆਂ ਵੇਖਦਿਆਂ ਪਲਾਂ ਦੇ ਵਿੱਚ ਹੀ ਲੜਾਈ ਛਿੜ ਗਈ, ਜੰਗ ਛਿੜ ਗਿਆ। ਸ਼੍ਰੀ ਗੁਰ ਡੇਰਾ ਕਰ ਸ਼ੁਭ ਥਾਏ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਅੱਗੇ ਕੁਝ ਦੂਰੀ ਤੇ ਸ਼ੁਭ ਥਾਂ ਤੇ ਡੇਰਾ ਕਰੀ ਬੈਠੇ ਸਨ। ਏਤ ਸੁਚੇਤੇ ਉਤਹੀ ਆਏ। ਮਹਾਰਾਜ ਜੀ ਜਿਵੇਂ ਸਰੀਰ ਦੀ ਕਿਰਿਆ ਸੋਧਣ ਲਈ ਜਾਣ ਲਈ ਮਹਾਰਾਜ ਸੱਚੇ ਪਾਤਸ਼ਾਹ ਚਲਦੇ ਚਲਦੇ ਇਸ ਪਾਸੇ ਆ ਗਏ ਜਿੱਥੇ ਲੜਾਈ ਹੋ ਰਹੀ ਸੀ। ਲਰਹਿ ਸਿੰਘ ਸੁਨ ਕੈ ਪ੍ਰਭ ਕਾਨ। ਦੂਰੋਂ ਮਹਾਰਾਜ ਜੀ ਨੇ ਵੇਖਿਆ, ਨੇੜੇ ਤਾਂ ਨਹੀਂ ਸੀ, ਕਾਫੀ ਦੂਰੋਂ ਨਜ਼ਰ ਆਉਂਦਾ ਸੀ। ਮਹਾਰਾਜ ਜੀ ਨੇ ਵੇਖਿਆ ਵੀ ਸਿੰਘਾਂ ਦਾ ਮਾਰ ਵਕਾਰਾ ਹੋ ਗਿਆ ਤੁਰਕਾਂ ਨਾਲ। ਮਾਨ ਸਿੰਘ ਭੇਜਿਓ ਤਿਸ ਥਾਨ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਆਪਣੇ ਅਨਿਨ ਸੇਵਕ ਭਾਈ ਸਾਹਿਬ ਭਾਈ ਮਾਨ ਸਿੰਘ ਜੀ ਨੂੰ ਭੇਜਿਆ ਕਿ ਮਾਨ ਸਿੰਘ ਜੀ ਤੁਸੀਂ ਜਾ ਕੇ ਵਿੱਚ ਵਿਚੋਲਾ ਬਣ ਕੇ ਲੜਾਈ ਸ਼ਾਂਤ ਕਰੋ। ਦੋਨੋਂ ਦਿਸ਼ ਸਮਝਾਏ ਹਟਾਵੋ। ਦੋਹਾਂ ਪਾਸੇ ਸਮਝਾ ਕੇ, ਉਧਰ ਤੁਰਕਾਂ ਨੂੰ ਵੀ ਸਮਝਾਓ, ਇੱਧਰ ਸਿੰਘਾਂ ਨੂੰ ਵੀ ਸਮਝਾ ਕੇ
ਤੇ ਜਿਹੜੀ ਲੜਾਈ ਹੈ ਇਹਨੂੰ ਸ਼ਾਂਤ ਕਰਾਓ ਜਾ ਕੇ। ਕਿਉ ਨਾਹਕ ਲਰ ਪ੍ਰਾਨ ਗਵਾਵੋ। ਤੁਸੀਂ ਜਾ ਕੇ ਕਹੋ ਵੀ ਇੱਥੇ ਕਾਹਦੀ ਲੜਾਈ ਕਰਦੇ ਹੋ, ਨਾਹਕ ਬਿਨਾਂ ਗੱਲ ਤੋਂ ਕਿਉਂ ਲੜ ਕੇ ਆਪਣੇ ਪ੍ਰਾਣ ਗਵਾਉਂਦੇ ਹੋ। ਅਲਪ ਬਾਤ ਪਰ ਇਤਿਕ ਬਖੇਰਾ। ਦੇ ਉੱਤੇ ਹੀ ਬਸ ਇਹ ਘਾਹ ਦੇ ਕਿਣਕਿਆਂ ਦੇ ਉੱਤੇ ਏਡੀ ਵੱਡੀ ਲੜਾਈ ਛੇੜ ਲਈ ਹੈ। ਇਹ ਗੱਲ ਪਿੱਛੇ ਏਡਾ ਵੱਡਾ ਬਖੇੜਾ ਕਰ ਰਹੇ ਹੋ। ਨਹਿ ਕੀਜੈ ਦੀਰਗ ਪਟ ਭੇਰਾ। ਏਦਾਂ ਵੱਡਾ ਭੇੜ ਨਾ ਕਰੋ, ਏਦਾਂ ਲੜਾਈ ਨਾ ਕਰੋ। ਮਾਨ ਸਿੰਘ ਜੀ ਏਦਾਂ ਜਾ ਕੇ ਤੁਸੀਂ ਉਹਨਾਂ ਨੂੰ ਰੋਕੋ। ਮਾਨ ਸਿੰਘ ਹੈ ਗਇਓ ਤਵਾਏ। ਕਲਗੀਧਰ ਜੀ ਦਾ ਹੁਕਮ ਸੁਣ ਕੇ ਭਾਈ ਮਾਨ ਸਿੰਘ ਹੋਣਾ ਨੇ ਆਪਣਾ ਘੋੜਾ ਦੌੜਾਇਆ ਤੇਜ਼ੀ ਨਾਲ ਜਿੱਥੇ ਲੜਾਈ ਹੋ ਰਹੀ ਸੀ। ਕਹਿ ਦੋਨੋਂ ਦਿਸ਼ ਦਏ ਹਟਾਏ। ਭਾਈ ਮਾਨ ਸਿੰਘ ਜੀ ਦੋਹਾਂ ਪਾਸੇ ਵਿੱਚ ਫੇਰੇ। ਉਧਰ ਤੁਰਕਾਂ ਨੂੰ ਜਾ ਕੇ ਆਖਿਆ, ਭਾਈ ਬਹਾਦਰ ਸ਼ਾਹ ਤੇ ਸਤਿਗੁਰਾਂ ਦਾ ਮੇਲ ਹੈ ਤੇ ਤੁਸੀਂ ਕਿਉਂ ਲੜਦੇ ਹੋ। ਇਧਰ ਸਿੰਘਾਂ ਨੂੰ ਜਾ ਕੇ ਰੋਕਿਆ, ਭਾਈ ਗੁਰੂ ਸਾਹਿਬ ਦਾ ਹੁਕਮ ਹੈ ਕਿ ਇਹਨਾਂ ਨਾਲ ਲੜਾਈ ਨਹੀਂ ਕਰਨੀ, ਜੰਗ ਨਹੀਂ ਕਰਨਾ। ਗੁਰੂ ਸ਼ਾਹ ਕੋ ਮੇਲ ਬਿਸਾਲਾ। ਲੜਾਈ ਨਾਲੇ ਕਿਉਂ ਕਰਦੇ ਹੋ, ਗੁਰੂ ਪਾਤਸ਼ਾਹ ਦਾ ਤੇ ਬਹਾਦਰ ਸ਼ਾਹ ਦਾ ਤਾਂ ਮੇਲ ਹੈ। ਜਿਹੜੇ ਤੁਹਾਡੇ ਆਗੂ ਨੇ ਉਹ ਤਾਂ ਆਪਸ ਵਿੱਚ ਮਿਲਦੇ ਆ, ਤੁਸੀਂ ਕਿਉਂ ਲੜਾਈ ਕਰਦੇ ਹੋ। ਉਹਨਾਂ ਦਾ ਮੇਲ ਆ, ਉਹਨਾਂ ਦਾ ਤਾਂ ਕੋਈ ਆਪਸ ਵਿੱਚ ਵਿਰੋਧ ਨਹੀਂ। ਬਹਾਦਰ ਸ਼ਾਹ ਗੁਰੂ ਕਲਗੀਧਰ ਦੇ ਚਰਨਾਂ ਦਾ ਮੁਰੀਦ ਹੈ ਤੇ ਤੁਸੀਂ ਕਿਉਂ ਲੜਦੇ ਹੋ। ਕਿਸੇ ਅਲੰਬ ਤੁਮ ਸੰਗਰ ਘਾਲਾ। ਤੁਸੀਂ ਕਿਹਦੇ ਆਸਰੇ ਲੜਾਈ ਕਰ ਰਹੇ ਹੋ। ਸਿੰਘਾਂ ਨੂੰ ਕਿਹਾ ਵੀ ਗੁਰੂ ਸਾਹਿਬ ਨੇ ਤਾਂ ਤੁਹਾਨੂੰ ਨਹੀਂ ਕਿਹਾ। ਉਧਰ ਤੁਰਕਾਂ ਨੂੰ ਕਿਹਾ ਵੀ ਬਹਾਦਰ ਸ਼ਾਹ ਨੇ ਤੁਹਾਡੀ ਮਦਦ ਨਹੀਂ ਕਰਨੀ, ਤੁਸੀਂ ਕਿਹਦੇ ਆਸਰੇ ਲੜ ਰਹੇ ਹੋ। ਇੱਥੇ ਕਿਹਦੇ ਅਲੰਬ ਨਾਲ ਤੁਸੀਂ ਇਹ ਲੜਾਈ ਕਰ ਰਹੇ ਹੋ। ਮਰੇ ਪਰੇ ਦੋਹੇ ਦਿਸ਼ ਕੇ ਯੋਧਾ। ਦੋਹਾਂ ਪਾਸੇ ਕੁਝ ਬੰਦੇ ਮਰ ਵੀ ਗਏ ਸਨ। ਭਾਈ ਮਾਨ ਸਿੰਘ ਦੇ ਪਹੁੰਚਦਿਆਂ ਇਧਰੋਂ ਸਿੰਘਾਂ ਵਿੱਚੋਂ ਵੀ ਕੀਤਾ। ਘਾਹ ਵਾਸਤੇ ਤੁਸੀਂ ਇੰਨੀ ਲੜਾਈ ਕੀਤੀ ਹੈ। ਇਮ ਸਮਝਾਏ ਸ਼ਾਂਤ ਵਰਤਾਈ। ਏਦਾਂ ਭਾਈ ਮਾਨ ਸਿੰਘ ਨੇ ਦੋਹਾਂ ਪਾਸਿਆਂ ਦੇ ਸੂਰਮਿਆਂ ਨੂੰ ਸਮਝਾ ਕੇ ਦੋਹੀਂ ਪਾਸੇ ਸ਼ਾਂਤੀ ਵਰਤਾਈ। ਫਿਰਿਓ ਬੀਚ ਕਰ ਬਚ ਤਿਥਾਈ। ਭਾਈ ਸਾਹਿਬ ਦੋਹਾਂ ਪਾਸੇ ਫਿਰਦੇ, ਜੇ ਉਧਰੋਂ ਕੋਈ ਵੱਧ ਬੋਲਦਾ ਤੇ ਉਧਰਲੇ ਪਾਸੇ ਜਾ ਕੇ ਉਹਨਾਂ ਨੂੰ ਰੋਕਦੇ ਤੁਰਕਾਂ ਨੂੰ। ਜੇ ਇਧਰ ਸਿੰਘਾਂ ਵਾਲੇ ਪਾਸਿਓਂ ਕੋਈ ਮਾਰ ਬਕਾਰਾ ਕਰਦਾ ਤੇ ਭਾਈ ਮਾਨ ਸਿੰਘ ਜੀ ਘੋੜਾ ਲੈ ਕੇ ਇੱਧਰ ਆ ਜਾਂਦੇ। ਨਿਸ਼ਚਿੰਤ ਹੋ ਕੇ ਭਾਈ ਸਾਹਿਬ ਦੋਹੀਂ ਪਾਸੇ ਫਿਰ ਰਹੇ ਸਨ। ਇੱਕ ਤੁਰਕਨ ਕੋ ਪਟ ਮਤ ਮੰਦ। ਹੁਣ ਭਾਈ ਮਾਨ ਸਿੰਘ ਜੀ ਨੂੰ ਕੀ ਪਤਾ ਸੀ ਵੀ ਤੁਰਕਾਂ ਦੇ ਵਿੱਚ ਮਲੇਛਤਾਈ ਬਿਰਤੀ ਵਾਲਾ ਇੱਕ ਬੈਠਾ। ਭਾਈ ਸਾਹਿਬ ਤਾਂ ਨਿਸ਼ਚਿੰਤ ਹੋ ਕੇ ਵੀ ਮੈਂ ਤਾਂ ਸਾਂਝਾ ਬੰਦਾ ਪੈ ਕੇ ਲੜਾਈ ਸ਼ਾਂਤ ਕਰਾ ਰਿਹਾ। ਇਹ ਗੁਰੂ ਦਾ ਸਿੰਘ ਹੈ। ਇਹਨੇ ਆਨੰਦਪੁਰ ਸਾਹਿਬ ਤੇ ਚਮਕੌਰ ਦੀ ਜੰਗ 'ਚ ਸਾਡੇ ਬੰਦੇ ਬੜੇ ਮਾਰੇ ਨੇ। ਉਹਨੇ ਆਪਣਾ ਵੈਰ ਤੇ ਕਿੜ ਕੱਢਣ ਵਾਸਤੇ ਬੰਦੂਕ ਭਰੀ। ਹਾਲਾਂਕਿ ਲੜਾਈ ਸ਼ਾਂਤ ਹੋ ਗਈ ਸੀ। ਦੋਹਾਂ ਪਾਸੇ ਬਾਬਾ ਭਾਈ ਮਾਨ ਸਿੰਘ ਜੀ ਉਦਾਂ ਹੀ ਨਿਸ਼ਚਿੰਤ ਫਿਰ ਰਹੇ ਸੀ। ਤੋ ਉਸ ਤੁਰਕ ਨੇ ਬੰਦੂਕ ਭਰ ਕੇ ਸਿਸਤ ਬੰਨੀ ਭਾਈ ਮਾਨ ਸਿੰਘ ਦੀ। ਮਾਨ ਸਿੰਘ ਕੋ ਤਾਕ ਚਲਾਈ। ਔਰ ਬਾਬਾ ਮਾਨ ਸਿੰਘ ਜੀ ਦੇ ਭਾਈ ਮਾਨ ਸਿੰਘ ਜੀ ਦੇ ਉੱਤੇ ਤੱਕ ਕੇ ਗੋਲੀ ਚਲਾਈ ਮਲੇਛ ਨੇ। ਔਚਕ ਲਗੀ ਗਿਰਿਓ ਛਿਤ ਜਾਈ। ਅਚਾਨਕ ਗੋਲੀ ਭਾਈ ਮਾਨ ਸਿੰਘ ਜੀ ਦੀ ਛਾਤੀ ਵਿੱਚ ਵੱਜੀ, ਨੇੜਿਓਂ ਵੱਜੀ ਗੋਲੀ। ਔਰ ਭਾਈ ਸਾਹਿਬ ਭਾਈ ਮਾਨ ਸਿੰਘ ਜੀ ਜ਼ਮੀਨ ਤੇ ਡਿੱਗ ਪਏ, ਸ਼ਹੀਦੀ ਪਾ ਗਏ। ਦੇਖਤ ਸਿੰਘਨ ਕ੍ਰੋਧ ਵਧਾਇਓ। ਜਦੋਂ ਭਾਈ ਮਾਨ ਸਿੰਘ ਜੀ ਸ਼ਹੀਦੀ ਪਾ ਗਏ, ਹਾਲਾਂਕਿ ਲੜਾਈ ਬਿਲਕੁਲ ਸ਼ਾਂਤ ਹੋ ਗਈ ਸੀ। ਤੁਰਕਾਂ ਨੇ ਫਿਰ ਵਾਧਾ ਕੀਤਾ। ਮਲੇਛ ਨੇ ਇੱਕ ਨੇ ਗੋਲੀ ਚਲਾ ਕੇ ਏਡਾ ਵੱਡਾ ਮਹਾਨ ਸਿੱਖ ਗੁਰੂ ਕਾ ਭਾਈ ਮਾਨ ਸਿੰਘ ਸ਼ਹੀਦ ਕਰ ਦਿੱਤਾ। ਸਿੰਘਾਂ ਨੂੰ ਵੇਖ ਕੇ ਫਿਰ ਵੀਰ ਆਸਾ ਆ ਗਿਆ ਵੀ ਇਹਨਾਂ ਨੇ ਸਾਂਝੇ ਬੰਦੇ ਦੇ ਉੱਤੇ ਗੋਲੀ ਚਲਾਈ ਜਿਹੜਾ ਦੂਤ ਬਣ ਕੇ ਕੰਮ ਕਰ ਰਿਹਾ ਸੀ ਦੋਹਾਂ ਪਾਸੇ। ਨਾਲੇ ਸਾਡਾ ਵੱਡਾ ਭਰਾ ਹੈ ਮਾਨ ਸਿੰਘ, ਗੁਰੂ ਕਲਗੀਧਰ ਪਾਤਸ਼ਾਹ ਜੀ ਦਾ ਪਿਆਰਾ ਸੇਵਕ ਹੈ।
ਤੋ ਉਸ ਵੇਲੇ ਸਿੰਘ ਵੀ ਫਿਰ ਵੀਰ ਰਸ ਵਿੱਚ ਆ ਗਏ। ਭਰੀ ਤੁਫੰਗਨ ਜੰਗ ਮਚਾਇਓ। ਬੰਦੂਕਾਂ ਭਰੀਆਂ ਦੇ ਗੋਲੀਆਂ ਦਾਗ ਦਿੱਤੀਆਂ, ਤੁਰਕਾਂ ਨੂੰ ਦੜ-ਦੜ ਕਰਕੇ ਜ਼ਮੀਨ ਤੇ ਸੁੱਟਿਆ। ਹੇਲਾ ਕੇਲ ਸ਼ਤਰਗਨ ਮਾਰਿਓ। ਬਹੁਤ ਸਾਰੇ ਦੁਸ਼ਮਣਾਂ ਨੂੰ ਮਾਰ ਕੇ ਮਿੱਟੀ 'ਚ ਗਰਕ ਕਰ ਦਿੱਤਾ। ਗਿਰੇ ਹੈਨ ਤੇ ਮਨਹੁ ਮੁਨਾਰੇ। ਏਦਾਂ ਇਹ ਤੁਰਕ ਘੋੜਿਆਂ ਤੋਂ ਡਿੱਗਣ ਲੱਗੇ ਜ਼ਮੀਨ ਤੇ ਜਿਵੇਂ ਕੋਈ ਵੱਡੇ ਮੁਨਾਰੇ ਡਿੱਗਦੇ ਹੋਣ। ਔਚਕ ਹਤੇ ਅਚਰਚ ਵੱਡ ਕੀਓ। ਕਿਉਂਕਿ ਅਚਾਨਕ ਭਾਈ ਮਾਨ ਸਿੰਘ ਨੂੰ ਨਹੀਂ ਸੀ ਪਤਾ ਵੀ ਏਦਾਂ ਕਰਨਗੇ, ਇਹ ਸਾਡੇ ਤੇ ਵੀ ਗੋਲੀ ਚਲਾ ਦੇਣਗੇ, ਅਸੀਂ ਸਾਂਝੇ ਬੰਦਿਆਂ ਵਿੱਚ। ਤੋ ਭਾਈ ਮਾਨ ਸਿੰਘ ਜੀ ਤਾਂ ਬੇਫਿਕਰੇ ਹੋਏ ਫਿਰਦੇ ਸੀ ਵਿੱਚ, ਪਰ ਇਹਨਾਂ ਨੇ ਅਚਾਨਕ ਭਾਈ ਮਾਨ ਸਿੰਘ ਨੂੰ ਮਾਰਿਆ। ਕਹੋ ਕਹਾਂ ਦੀਰ ਗਰਣ ਭਇਓ। ਇਸ ਗੱਲ ਦਾ ਗੁੱਸਾ ਸਿੰਘਾਂ ਦੇ ਮਨ ਵਿੱਚ ਬੜਾ ਜ਼ਿਆਦਾ ਸੀ, ਔਰ ਕਹਿੰਦੇ ਬੜਾ ਇੱਕ ਵਾਰੀ ਚੰਗਾ ਦੀਰਘ ਰਣ ਹੋਇਆ। ਕਿੱਥੋਂ ਤੱਕ ਦਸੀਏ ਵੀ ਕਿੱਡਾ ਵੱਡਾ ਜੰਗ ਹੋਇਆ। ਕੇਤਿਕ ਤੁਰਕ ਮਰਾਏ ਪਲਾਏ। ਕਈ ਤੁਰਕ ਮਰ ਗਏ ਤੇ ਕਈ ਭੱਜ ਗਏ। ਸਿੰਘ ਘਾਸਲੇ ਕਰ ਸਭ ਆਏ। ਸਿੰਘਾਂ ਨੇ ਫਿਰ ਉਹ ਜਿਹੜਾ ਘਾਹ ਸੀ ਉਹ ਵੀ ਚੁੱਕ ਕੇ ਫਿਰ ਕਬਜ਼ੇ ਕੀਤਾ, ਜਿਹਦੇ ਪਿੱਛੇ ਲੜਾਈ ਹੋਈ ਸੀ ਉਹ ਘਾਹ ਵੀ ਸਿੰਘਾਂ ਨੇ ਕਬਜ਼ੇ ਕਰ ਲਿਆ। ਮਾਨ ਸਿੰਘ ਕੋ ਮਰਨੋ ਸੁਨਿਓ। ਇਧਰ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਜਦੋਂ ਸੁਣਿਆ ਕਿ ਭਾਈ ਮਾਨ ਸਿੰਘ ਜੀ ਸ਼ਹੀਦ ਹੋ ਗਏ ਨੇ, ਜਦੋਂ ਭਾਈ ਮਾਨ ਸਿੰਘ ਦੀ ਸ਼ਹੀਦੀ ਬਾਰੇ ਕਲਗੀਧਰ ਜੀ ਨੇ ਸੁਣਿਆ, ਬਹੁ ਅਫਸੋਸ ਗੁਰੂ ਮਨ ਗਿਨਿਓ। ਮਹਾਰਾਜ ਜੀ ਨੇ ਬੜਾ ਅਫਸੋਸ ਕੀਤਾ, ਸਿਰ ਧੁਨਿਆ। ਬਾਬੇ ਅਜੀਤ ਸਿੰਘ ਦੀ ਸ਼ਹੀਦੀ ਤੇ ਅਫਸੋਸ ਨਹੀਂ ਸੀ ਕੀਤਾ, ਬਾਬਾ ਜੁਝਾਰ ਸਿੰਘ ਦੀ ਸ਼ਹੀਦੀ ਤੇ ਵੀ ਅਫਸੋਸ ਨਹੀਂ ਕੀਤਾ, ਕਿੰਨਾ ਕੁਝ ਘਰੋਂ ਲੁੱਟ ਗਿਆ ਅਫਸੋਸ ਨਹੀਂ ਕੀਤਾ। ਪਰ ਅੱਜ ਜਦੋਂ ਭਾਈ ਮਾਨ ਸਿੰਘ ਜੀ ਸ਼ਹੀਦ ਹੋਏ ਤੇ ਮਨ ਵਿੱਚ ਅਫਸੋਸ ਕੀਤਾ, ਕਲਗੀਧਰ ਨੇ ਸਿਰ ਧੁਨਿਆ ਤੇ ਅਫਸੋਸ ਕੀਤਾ। ਗਰੀਬ ਨਵਾਜ ਜੀ ਮਨ 'ਚ ਸੋਚਦੇ ਨੇ, ਕਹਾਂ ਕਰੀ ਮਤ ਮੰਦਨ ਬਾਤ। ਮਹਾਰਾਜ ਜੀ ਕਹਿੰਦੇ ਮਾੜੀ ਮੱਤ ਵਾਲੇ ਮਲੇਛਾਂ ਨੇ ਕਿੱਡਾ ਮਾੜਾ ਤੇ ਕੋਝਾ ਕੰਮ ਕੀਤਾ। ਫਿਰਤ ਹਟਾਵਤ ਕੀਨ ਸਕਾਤ। ਸਾਡਾ ਐਡਾ ਪਿਆਰਾ ਸਿੰਘ ਮਾਨ ਸਿੰਘ ਜਿਹੜਾ ਉਹ ਵਿੱਚ ਵਿਚੋਲਾ ਬਣ ਕੇ ਫਿਰਦਾ ਸੀ, ਦੂਤ ਬਣ ਕੇ ਦੋਹਾਂ ਪਾਸੇ ਸ਼ਾਂਤੀ ਦੂਤ ਹੋ ਕੇ ਵਿੱਚ ਵਰਤ ਰਿਹਾ ਸੀ, ਇਹਨਾਂ ਨੇ ਮਾਰ ਦਿੱਤਾ, ਗੋਲੀ ਮਾਰ ਦਿੱਤੀ ਹੈ। ਮਹਾ ਸੂਰਮਾ ਅਰ ਬੁੱਧਵਾਨ। ਸਾਡਾ ਸਿੰਘ ਮਾਨ ਸਿੰਘ ਬੜਾ ਸੂਰਮਾ ਸੀ, ਜਿੱਥੇ ਸੂਰਮਾ ਸੀ ਉੱਥੇ ਬੜਾ ਬੁੱਧੀਮਾਨ ਵੀ ਸੀ, ਸਿਆਣਾ ਵੀ ਸੀ, ਸੋਝੀ ਵਾਲਾ ਵੀ ਸੀ। ਕਹਾ ਹੋਏ ਸੋ ਪ੍ਰਾਪਤ ਪਾਨ। ਮਹਾਰਾਜ ਜੀ ਕਹਿੰਦੇ ਇਹੋ ਜਿਹਾ ਸਿੰਘ ਸਾਨੂੰ ਹੁਣ ਕਿੱਥੇ ਦੁਬਾਰਾ ਹੱਥ ਲੱਗਣਾ। ਕਲਗੀਧਰ ਕਹਿੰਦੇ ਇਹੋ ਜਿਹਾ ਸਿੰਘ ਮਾਨ ਸਿੰਘ ਜਿਹੜਾ ਸੂਰਮਾ ਵੀ ਸੀ ਤੇ ਬੁੱਧੀਮਾਨ ਵੀ ਸੀ, ਇਹੋ ਜਿਹਾ ਸਿੰਘ ਹੁਣ ਸਾਡੇ ਹੱਥ ਕਿੱਥੇ ਲੱਗਣਾ, ਇਹੋ ਜਿਹਾ ਸਿੰਘ ਸਾਨੂੰ ਹੁਣ ਕਿੱਥੇ ਮਿਲਣਾ। ਕੌਣ ਕੌਣ ਗੁਣ ਸਿਮਰੈ ਤਾਹੀ। ਮਹਾਰਾਜ ਜੀ ਕਹਿੰਦੇ ਮਾਨ ਸਿਆ ਤੇਰੇ ਕਿਹੜੇ ਕਿਹੜੇ ਗੁਣ ਸਿਮਰੀਏ ਅਸੀਂ, ਕਿਹੜਾ ਇਹੋ ਜਿਹਾ ਗੁਣ ਸੀ ਜਿਹੜਾ ਮਾਨ ਸਿੰਘ 'ਚ ਨਾ ਹੋਵੇ। ਮਹਾਰਾਜ ਜੀ ਕਹਿੰਦੇ ਮਾਨ ਸਿੰਘ ਦੇ ਕਿਹੜੇ ਕਿਹੜੇ ਗੁਣਾਂ ਨੂੰ ਯਾਦ ਕਰੀਏ। ਸਭ ਕਾਰਜ ਮੈਂ ਸ਼ੁਭ ਮਤ ਜਾਹੀ। ਹਰ ਕੰਮ ਦੇ ਵਿੱਚ ਭਾਈ ਮਾਨ ਸਿੰਘ ਜੀ ਨਿਪੁੰਨ ਸੀ, ਜਦੋਂ ਵੀ ਜਿਸ ਕੰਮ ਨੂੰ ਭੇਜਿਆ ਭਾਈ ਮਾਨ ਸਿੰਘ ਜੀ ਉਸ ਕੰਮ ਦੇ ਵਿੱਚ ਪੂਰਨ ਰਹੇ ਨੇ। ਹਰ ਕੰਮ ਕਰਨ ਦੇ ਵਿੱਚ ਭਾਈ ਮਾਨ ਸਿੰਘ ਦੇ ਕੋਲ ਸ਼ੁਭ ਮਤ ਸੀ। ਪੂਰੇ ਆਨੰਦ ਚਮਕੌਰ ਮਝਾਰਾ। ਇਹੋ ਜਿਹਾ ਸੂਰਮਾ ਮਾਨ ਸਿੰਘ ਜੀ ਨੇ ਆਨੰਦਪੁਰ ਸਾਹਿਬ ਦੇ ਜੰਗ ਵਿੱਚ ਸੂਰਮਤਾਈ ਵਿਖਾਈ, ਫਿਰ ਚਮਕੌਰ ਦੀ ਗੜੀ ਦੇ ਜੰਗ ਦੇ ਵਿੱਚ ਬਹਾਦਰੀ ਵਿਖਾਈ। ਕਰ ਕਰ ਨਿਕਸਿਓ ਸੰਗ ਜੁਝਾਰਾ। ਔਰ ਉੱਥੋਂ ਲੜ ਕੇ ਆਨੰਦਪੁਰ ਸਾਹਿਬ ਦੇ ਜੰਗ ਚੋਂ ਨਿਕਲ ਕੇ ਪਹਿਲਾਂ ਸਾਡੇ ਨਾਲ ਚਮਕੌਰ ਸਾਹਿਬ ਆਏ, ਚਮਕੌਰ ਦੀ ਗੜੀ ਚੋਂ ਲੜ ਕੇ ਵੈਰੀਆਂ ਨਾਲ, ਫਿਰ ਸਾਡੇ ਨਾਲ ਉੱਥੋਂ ਵੀ ਬਾਹਰ ਨਿਕਲ ਕੇ ਆਏ। ਐਸੋ ਵੀਰ ਕਹਾਂ ਅਬ ਪਾਉ। ਮਹਾਰਾਜ ਜੀ ਕਹਿੰਦੇ ਇਹੋ ਜਿਹਾ ਵੀਰ ਸਾਨੂੰ ਕਿੱਥੇ ਮਿਲਣਾ, ਹੁਣ ਇਹੋ ਜਿਹਾ ਯੋਧਾ ਭਲਾ ਸਾਨੂੰ ਕਿੱਥੇ ਲੱਭਣਾ, ਕਿੱਥੇ ਪ੍ਰਾਪਤ ਹੋਣਾ। ਬਿਰਲੇ ਹੋਤ ਨਹੀਂ ਸਭ ਥਾਉ। ਇਹੋ ਜਿਹੇ ਸੂਰਮੇ ਹਰ ਥਾਂ ਨਹੀਂ ਮਿਲਿਆ ਕਰਦੇ। ਮਾਨ ਸਿੰਘ ਵਰਗੇ ਸੂਰਮੇ ਵਿਰਲੀਆਂ ਮਾਵਾਂ ਜਣਦੀਆਂ ਨੇ, ਇਹੋ ਜਿਹੇ ਸੂਰਮੇ ਥਾਂ ਥਾਂ ਨਹੀਂ ਮਿਲਦੇ। ਮਹਾਰਾਜ ਜੀ ਕਿੱਡਾ ਪਿਆਰ ਕਰਦੇ ਹੋਣਗੇ ਮਾਨ ਸਿੰਘ ਨਾਲ, ਕਿੰਨਾ ਸਨੇਹ ਹੋਵੇਗਾ ਮਾਨ ਸਿੰਘ ਨਾਲ। ਤੇ ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਇੰਨਾ ਅਫਸੋਸ ਪਏ ਕਰਦੇ ਨੇ। ਇਹ ਅਫਸੋਸ ਉਹ ਅਫਸੋਸ ਨਹੀਂ ਜਿਹੜਾ ਸੰਸਾਰੀ ਲੋਕਾਂ ਦੇ ਦਿਲਾਂ ਵਿੱਚ ਹੁੰਦਾ ਹੈ, ਇਹ ਪ੍ਰੇਮ ਵਾਲਾ ਅਫਸੋਸ ਜਿਹਦੇ ਵਿੱਚ ਪ੍ਰੇਮ ਭਾਵ ਹੈ ਆਪਣੇ ਸਿੱਖ ਪ੍ਰਤੀ, ਪ੍ਰੇਮ ਹੈ। ਮਹਾਰਾਜ ਜੀ ਇਹੋ ਹੀ ਮਾਨ ਸਿੰਘ ਸੀ
ਜਦੋਂ ਮਾਛੀਵਾੜੇ ਦੇ ਜੰਗਲਾਂ 'ਚ ਸਾਹਿਬ ਦੇ ਛਾਲੇ ਪਏ ਨਾ ਚਰਨਾਂ 'ਚ, ਸਤਿਗੁਰੂ ਚੱਲਣ ਲੱਗੇ ਤੇ ਟੁਰਿਆ ਨਾ ਜਾਏ। ਮਹਾਰਾਜ ਜੀ ਕਹਿੰਦੇ, ਮਾਨਸਿਆ ਆਪਣੇ ਮੋਢੇ ਦਾ ਆਸਰਾ ਦੇ ਤੇ ਤੇਰੇ ਮੋਢੇ ਦੇ ਆਸਰੇ ਨਾਲ ਅਸੀਂ ਟੁਰੀਏ, ਕਿਉਂਕਿ ਚੱਲ ਨਹੀਂ ਹੁੰਦਾ, ਪੈਰਾਂ 'ਚ ਛਾਲੇ ਨੇ। ਤੇ ਭਾਈ ਮਾਨ ਸਿੰਘ ਦੀ ਵੀ ਉਦੋਂ ਧਾ ਨਿਕਲੀ ਸੀ। ਆਖਿਆ, ਸਤਿਗੁਰੂ ਸਾਨੂੰ ਆਸਰਾ ਦੇਣ ਵਾਲੇ ਅੱਜ ਸਾਡਾ ਆਸਰਾ ਮੰਗ ਰਹੇ ਹੋ। ਗਰੀਬ ਨਵਾਜ ਪਾਤਸ਼ਾਹ ਨੂੰ ਆਪਣੇ ਮੋਢਿਆਂ ਦਾ ਆਸਰਾ ਦੇ ਕੇ ਭਾਈ ਮਾਨ ਸਿੰਘ ਜੀ ਖੂਹ ਤੇ ਲੈ ਕੇ ਆਏ ਇਸ਼ਨਾਨ ਪਾਣ ਵਾਸਤੇ। ਇਹ ਗੁਰੂ ਸਾਹਿਬ ਦੇ ਬੜੇ ਅਨੰਨ ਸੇਵਕ ਸਨ। ਜਦੋਂ ਚਮਕੌਰ ਦੀ ਗੜੀ ਵਿੱਚ ਪੰਜਾਂ ਨੂੰ ਗੁਰਤਾ ਦਿੱਤੀ ਹੈ ਸਤਿਗੁਰੂ ਕਲਗੀਧਰ ਨੇ, ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ, ਭਾਈ ਮਾਨ ਸਿੰਘ ਔਰ ਭਾਈ ਸੰਤ ਸਿੰਘ ਤੇ ਸੰਗਤ ਸਿੰਘ ਹੋਣਾ ਨੂੰ, ਉਦੋਂ ਪੰਜਾਂ ਵਿੱਚ ਭਾਈ ਮਾਨ ਸਿੰਘ ਵੀ ਸਨ। ਜਦੋਂ ਮਹਾਰਾਜ ਜੀ ਨੇ ਨੀਲੇ ਕੱਪੜੇ ਸਾੜੇ ਨਾ, ਉੱਚ ਦੇ ਪੀਰ ਬਣ ਕੇ ਗਏ ਸਨ, ਤੇ ਨੀਲੇ ਕੱਪੜੇ ਫਾੜੇ ਤੇ ਸਾੜੇ, ਤੇ ਉਹਦੇ ਵਿੱਚੋਂ ਇੱਕ ਲੀਰ ਭਾਈ ਮਾਨ ਸਿੰਘ ਨੇ ਆਪਣੇ ਕਿਰਪਾਨ ਦੇ ਨਾਲ ਬੰਨ ਲਈ। ਡੋਰੀ ਦੀ ਥਾਂ ਤੇ ਵੀ ਡੋਰੀ ਨਹੀਂ ਸੀ। ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਬਚਨ ਕੀਤਾ ਸੀ, ਮਾਨ ਸਿੰਘ ਇਹ ਨੀਲਾ ਰੰਗ ਰੱਖ ਲਿਆ ਤੁਸਾਂ ਨੇ, ਇਹ ਨੀਲੇ ਰੰਗ ਵਾਲੇ ਬਾਣੇ ਵਾਲੇ ਨਿਹੰਗ ਸਿੰਘਾਂ ਦੀ ਸੰਪਰਦਾ ਚੱਲੇਗੀ। ਤੋ ਭਾਈ ਮਾਨ ਸਿੰਘ ਜੀ ਨਾਲ ਬੜਾ ਸਨੇਹ ਸੀ ਮਹਾਰਾਜ ਗੁਰੂ ਕਲਗੀਧਰ ਦਾ। ਤੇ ਪਾਤਸ਼ਾਹ ਕਹਿੰਦੇ ਐ, ਬੜੀਆਂ ਵਿਰਲੀਆਂ ਮਾਵਾਂ ਨੇ ਜਿਹੜੇ ਇਹੋ ਜਿਹੇ ਪੁੱਤਰਾਂ ਨੂੰ ਸਪੂਤਾਂ ਨੂੰ ਜਨਮ ਦਿੰਦੀਆਂ ਨੇ। ਇਹੋ ਜਿਹਾ ਸਿੰਘ ਮਾਨ ਸਿੰਘ ਸਾਨੂੰ ਹੁਣ ਕਿੱਥੇ ਮਿਲੇਗਾ, ਦੁਬਾਰਾ ਕਿੱਥੇ ਪ੍ਰਾਪਤ ਹੋਵੇਗਾ। ਸਰਬ ਪ੍ਰਸੰਗ ਸ਼ਾਹੋ ਜਬ ਸੁਨਿਓ। ਏਦਾਂ ਮਹਾਰਾਜ ਜੀ ਨੇ ਭਾਈ ਮਾਨ ਸਿੰਘ ਨੂੰ ਚੇਤੇ ਕੀਤਾ ਤੇ ਉਹਨਾਂ ਦੇ ਗੁਣਾਂ ਨੂੰ ਸਿਮਰਿਆ। ਇਹਨੂੰ ਕਹਿੰਦੇ ਆ ਰੋਵੈ ਲਾਏ ਪਿਆਰੋ, ਰੋਵੈ ਲਾਏ ਪਿਆਰੋ। ਇਹ ਉਹ ਵਿਰਾਗ ਸੀ। ਕਲਗੀਧਰ ਪਾਤਸ਼ਾਹ ਜੀ ਨੇ ਇਸ ਪ੍ਰਕਾਰ ਜਦੋਂ ਮਨ ਦੇ ਵਿੱਚ ਆਪਣੇ ਹਿਰਦੇ ਦੇ ਵਿੱਚੋਂ ਵੇਦਨ ਪੈਦਾ ਕੀਤੀ ਭਾਈ ਮਾਨ ਸਿੰਘ ਪ੍ਰਤੀ, ਉਧਰ ਬਹਾਦਰ ਸ਼ਾਹ ਬਾਦਸ਼ਾਹ ਨੂੰ ਪਤਾ ਲੱਗਾ ਵੀ ਮੇਰੇ ਸਿਪਾਹੀਆਂ ਨੇ ਵਧੀਕੀ ਕੀਤੀ। ਕਲਗੀਧਰ ਜੀ ਦੇ ਮਹਾਨ ਪਿਆਰੇ ਸਿੰਘ ਭਾਈ ਮਾਨ ਸਿੰਘ ਨੂੰ ਵੀ ਸ਼ਹੀਦ ਕੀਤਾ। ਰਹਿਓ ਬਿਸੂਰਤ ਮਾਥੋ ਧੁਨਿਓ। ਬਹਾਦਰ ਸ਼ਾਹ ਨੇ ਪਹਿਲਾਂ ਤਾਂ ਮੱਥੇ ਤੇ ਹੱਥ ਮਾਰਿਆ ਆਪਣੇ ਤੇ, ਬੜਾ ਝੋਰਾ ਕੀਤਾ ਤੇ ਪਛਤਾਵਾ ਕੀਤਾ ਵੀ ਮੇਰੇ ਬੰਦਿਆਂ ਨੇ ਬੜੀ ਗਲਤੀ ਕੀਤੀ ਹੈ। ਹੁਕਮ ਕਰਿਓ ਸਭ ਕੋ ਗਹਿ ਲੀਜੈ। ਹੁਕਮ ਕੀਤਾ ਇਹਨੇ ਸਿਪਾਹੀਆਂ ਨੂੰ ਵੀ ਜਿਹੜੇ ਜਿਹੜੇ ਉੱਥੇ ਲੜਦੇ ਸੀ ਸਿੰਘਾਂ ਨਾਲ, ਸਾਰਿਆਂ ਨੂੰ ਪਕੜ ਕੇ ਕੈਦ ਕਰ ਲਓ। ਆਪਣੇ ਜਿੰਨੇ ਆਪਣੇ ਸਿਪਾਹੀਆਂ ਕੋਲੋਂ ਆਪਣੇ ਸਿਪਾਹੀ ਕੈਦ ਕਰਾਏ ਵੀ ਜਿਹੜੇ ਜਿਹੜੇ ਸਿੰਘਾਂ ਨਾਲ ਲੜਦੇ ਸੀ ਸਿਪਾਹੀ, ਉਹਨਾਂ ਸਾਰਿਆਂ ਨੂੰ ਪਕੜ ਕੇ ਕੈਦ ਕਰ ਲਓ। ਖਤਾਵੰਦ ਗੁਰ ਕੋ ਅਬ ਦੀਜੈ। ਕਿਉਂਕਿ ਉਹ ਸਾਰੇ ਗੁਰੂ ਪਾਤਸ਼ਾਹ ਦੇ ਗੁਨਾਹਗਾਰ ਨੇ। ਉਹਨਾਂ ਨੇ ਸਤਿਗੁਰਾਂ ਦੇ ਸਿੰਘਾਂ ਤੇ ਗੋਲੀ ਚਲਾਈ, ਮਹਾਰਾਜ ਜੀ ਦੇ ਸਿੰਘਾਂ ਨੂੰ ਸ਼ਹੀਦ ਕੀਤਾ। ਵੱਡਾ ਦੁੱਖ, ਭਾਈ ਮਾਨ ਸਿੰਘ ਜੀ ਸ਼ਹੀਦ ਹੋ ਗਏ ਨੇ। ਇਹ ਸਾਰੇ ਗੁਨਾਹਗਾਰ ਨੇ ਕਲਗੀਧਰ ਦੇ, ਤੇ ਇਹਨਾਂ ਨੂੰ ਸਾਰਿਆਂ ਨੂੰ ਬੰਨ ਕੇ ਗੁਰੂ ਕਲਗੀਧਰ ਦੇ ਹਵਾਲੇ ਕਰੋ। ਜਿਮ ਚਾਹੈ ਤਿਮ ਪਲਟਾ ਲੈ ਹੈ। ਸਤਿਗੁਰੂ ਜੀ ਜਿਵੇਂ ਚਾਹਣਗੇ ਇਹਨਾਂ ਕੋਲੋਂ ਬਦਲਾ ਲੈਣਗੇ, ਇਹਨਾਂ ਮਲੇਛਾਂ ਨੂੰ ਸਜ਼ਾ ਦੇਣਗੇ, ਇਹਨਾਂ ਦੀ ਕਰਨੀ ਦਾ ਫਲ ਭੁਗਤਾਉਣਗੇ। ਪ੍ਰਥਮ ਬੈਰ ਮੂਰਖ ਸਿਮਰੈ ਹੈ। ਇਹਨਾਂ ਮੂਰਖਾਂ ਨੇ ਆਪਣਾ ਪਿਛਲਾ ਵੈਰ ਚਿਤਵ ਕੇ ਸਿੰਘਾਂ ਨਾਲ ਲੜਾਈ ਕੀਤੀ। ਪੂਰਬਲਾ ਵੈਰ ਯਾਨੀ ਕਿ ਜਿਹੜੀਆਂ ਪੁਰਾਣੀਆਂ ਰੰਜਿਸ਼ਾਂ ਸੀ ਇਹਨਾਂ ਦੇ ਮਨ ਵਿੱਚ, ਉਹ ਇਹਨਾਂ ਨੇ ਜਾਣ ਕੇ ਗੁਰੂ ਸਾਹਿਬ ਦੇ ਸਿੰਘਾਂ ਨਾਲ ਜੰਗ ਕੀਤਾ, ਲੜਾਈ ਕੀਤੀ ਹੈ। ਚੜੀ ਸੈਨ ਸਭ ਕੋ ਗਹਿ ਲਿਆਈ। ਬਹਾਦਰ ਸ਼ਾਹ ਦਾ ਹੁਕਮ ਸੁਣਦਿਆਂ ਸੈਨਾ ਗਈ। ਜਿਹੜੇ ਉਹ ਲੜੇ ਸੀ ਨਾ ਸਿੰਘਾਂ ਨਾਲ, ਸਾਰਿਆਂ ਨੂੰ ਪਕੜ ਕੇ ਮੁਸ਼ਕਾਂ ਬੰਨ ਕੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਲੈ ਆਂਦਾ। ਖਰੇ ਕਰੇ ਹਜ਼ਰਤ ਅਗਵਾਈ। ਲਿਆ ਕੇ ਉਹ ਸਾਰੇ ਬਾਦਸ਼ਾਹ ਬਹਾਦਰ ਸ਼ਾਹ ਦੇ ਸਾਹਮਣੇ ਖੜੇ ਕਰ ਦਿੱਤੇ, ਗੁਨਾਹਗਾਰ ਬਣਾ ਕੇ। ਤਿਨ ਸਭ ਹਿਨ ਕੋ ਲੈ ਕੇ ਸਾਥ। ਬਹਾਦਰ ਸ਼ਾਹ ਨੇ ਉਹਨਾਂ ਸਾਰਿਆਂ ਨੂੰ ਆਪਣੇ ਨਾਲ ਲਿਆ, ਮੁਸ਼ਕਾਂ ਉਹਨਾਂ ਦੀਆਂ ਬੰਨੀਆਂ ਹੋਈਆਂ, ਗ੍ਰਿਫਤਾਰ ਕੀਤੇ ਹੋਏ
ਉਹਨਾਂ ਸਾਰਿਆਂ ਨੂੰ ਆਪਣੇ ਨਾਲ ਲੈ ਕੇ ਆਇਓ ਜੈ ਬੈਠੇ ਜਗਨਾਥ। ਉੱਥੇ ਆਇਆ ਜਿੱਥੇ ਜਗਤਨਾਥ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਬੈਠੇ ਸਨ। ਨਮੋ ਕਰਤ ਤਿਰ ਹੋਇਓ ਪਾਸ। ਔਰ ਨਮਸਕਾਰ ਕਰਕੇ ਸਤਿਗੁਰਾਂ ਦੇ ਚਰਨਾਂ ਵਿੱਚ ਬਹਾਦਰ ਸ਼ਾਹ ਬੈਠ ਗਿਆ। ਸਕਲ ਬਾਰਤਾ ਕਰੀ ਪ੍ਰਕਾਸ਼। ਔਰ ਸਾਰੀ ਵਾਰਤਾ ਮਹਾਰਾਜ ਜੀ ਨੂੰ ਦੱਸੀ। ਗੁਨਹਗਾਰ ਗਨ ਇਹੀ ਤੁਮਾਰੇ। ਮਹਾਰਾਜ ਆ ਨੇ ਉਹ ਬੰਦੇ, ਪਹਿਲਾਂ ਸਾਰੀ ਗੱਲਬਾਤ ਕਰਕੇ ਫਿਰ ਆਖਿਆ ਮਹਾਰਾਜ ਆ ਨੇ ਉਹ ਸਾਰੇ ਬੰਦੇ ਤੁਹਾਡੇ ਗੁਨਹਗਾਰ ਨੇ। ਇਹ ਗੁਨਹਗਾਰ ਨੇ, ਇਹਨਾਂ ਨੇ ਤੁਹਾਡੇ ਸਿੰਘਾਂ ਦੇ ਨਾਲ ਵਧੀਕੀ ਕੀਤੀ, ਗੋਲੀਆਂ ਚਲਾਈਆਂ, ਇਹਨਾਂ ਪੂਰਬਲਾ ਵੈਰ ਚਿਤਵਿਆ। ਹੁਕਮ ਕਰੋ ਜਿਮ ਤਿਮ ਦਇਓ ਮਾਰੇ। ਮਹਾਰਾਜ ਹੁਕਮ ਕਰੋ ਵੀ ਮੈਂ ਇਹਨਾਂ ਨੂੰ ਕਿਵੇਂ ਮਾਰਾਂ, ਜਿਵੇਂ ਇਹਨਾਂ ਨੂੰ ਮਾਰਨ ਦਾ ਹੁਕਮ ਕਰੋਗੇ ਉਸੇ ਤਰ੍ਹਾਂ ਮੈਂ ਇਹਨਾਂ ਮਲੇਛਾਂ ਨੂੰ ਮਾਰਾਂਗਾ। ਕੈਸਲਤਾ ਮੈਂ ਸਭਿਨ ਡੁਬਾਏ। ਜੇ ਹੁਕਮ ਕਰੋ ਤੇ ਨਰਮਦਾ ਨਦੀ ਵਗਦੀ ਆ ਨੇੜੇ, ਇਹਨਾਂ ਦੀਆਂ ਛਾਤੀਆਂ ਨਾਲ ਪੱਥਰ ਬੰਨ੍ਹ ਕੇ ਇਹਨਾਂ ਨੂੰ ਨਹਿਰ ਦੇ ਵਿੱਚ ਡੋਬ ਕੇ ਮਾਰਦੇ ਆ ਇਹਨਾਂ ਨੂੰ। ਜਿਹੋ ਜਿਹਾ ਕੰਮ ਇਹਨਾਂ ਨੇ ਮਾੜਾ ਕੀਤਾ, ਮਾੜੀ ਕਰਤੂਤ ਕੀਤੀ ਹੈ। ਕੈ ਮੋਹਿ ਤੋਪਨ ਕੇ ਉਡਵਾਏ। ਜਾਂ ਤੋਪਾਂ ਦੇ ਮੂੰਹ ਦੇ ਉੱਗੇ ਬੰਨ੍ਹ ਕੇ ਇਹਨਾਂ ਨੂੰ ਤੋਪਾਂ ਦੇ ਗੋਲਿਆਂ ਨਾਲ ਤੂੰਬਾ ਕਰਕੇ ਉਡਾ ਦਿਆਂ। ਮਹਾਰਾਜ ਇੰਨਾ ਗੁੱਸਾ ਮੇਰੇ ਮਨ 'ਚ ਇਹਨਾਂ ਪ੍ਰਤੀ। ਹੁਕਮ ਕਰੋ, ਆਗਿਆ ਦਿਓ ਕਿ ਇਹਨਾਂ ਨੂੰ ਤੋਪਾਂ ਦੇ ਮੂੰਹ ਅੱਗੇ ਬੰਨ੍ਹ ਕੇ ਤੇ ਤੂੰਬਾ ਕਰਕੇ ਉਡਾ ਦਿਆਂ। ਇਨ ਮੂੜਨ ਪ੍ਰਤਾਪ ਨਹਿ ਜਾਣਾ। ਇਹਨਾਂ ਮੂਰਖਾਂ ਨੇ ਤੁਹਾਡਾ ਪ੍ਰਤਾਪ ਨਹੀਂ ਜਾਣਿਆ, ਇਹਨਾਂ ਤੁਹਾਡਾ ਜਲਾਲ ਨਹੀਂ ਜਾਣਿਆ। ਦਈ ਮੋਹਿ ਤੁਮ ਸਲਤਨ ਦਾਨਾ। ਇਹ ਮੂਰਖਾਂ ਨੂੰ ਇਹ ਨਹੀਂ ਪਤਾ ਕਿ ਮੇਰੇ ਕੋਲ ਜਿਹੜੀ ਇਹ ਬਾਦਸ਼ਾਹੀ ਹੈ ਇਹ ਤੁਹਾਡੀ ਦਿੱਤੀ ਹੋਈ ਹੈ। ਕਲਗੀਧਰ ਜੀ, ਇਹ ਬਾਦਸ਼ਾਹੀ ਮੇਰੇ ਕੋਲ ਤੁਹਾਡੀ ਦਿੱਤੀ ਹੋਈ ਨਾ, ਮੂਰਖਾਂ ਨੂੰ ਇਹ ਨਹੀਂ ਪਤਾ। ਗਨ ਗਜ ਬਾਜੀ ਆਦ ਸਮਾਜ। ਆ ਮੇਰੇ ਕੋਲ ਜਿੰਨੇ ਹਾਥੀ ਘੋੜੇ ਫੌਜਾਂ ਜੋ ਕੁਝ ਵੀ ਹੈ ਮਹਾਰਾਜ ਸੱਚੇ ਪਾਤਸ਼ਾਹ ਇਹ ਸਭ ਕੁਝ ਤੁਹਾਡਾ ਦਿੱਤਾ ਹੋਇਆ ਹੈ। ਮੋਕੋ ਦਿਓ ਗਰੀਬ ਨਿਵਾਜ। ਇਹ ਗਰੀਬਾਂ ਨੂੰ ਨਿਵਾਜਣ ਵਾਲੇ ਸਤਿਗੁਰੂ, ਇਹ ਸਭ ਕੁਝ ਰਾਜ ਸਾਜ ਮੇਰੇ ਕੋਲ ਜੋ ਕੁਝ ਵੀ ਹੈ ਇਹ ਤੁਹਾਡਾ ਦਿੱਤਾ ਹੋਇਆ ਹੈ। ਸੁਨ ਪ੍ਰਭ ਕਹਿਓ ਕਹਿਰ ਇਨ ਧਰਿਓ। ਸੁਣ ਕੇ ਮਹਾਰਾਜ ਜੀ ਕਹਿਣ ਲੱਗੇ ਬਹਾਦਰ ਸ਼ਾਹ ਤੇਰੇ ਨਾਲ ਬੰਦਿਆਂ ਨੇ ਬੜਾ ਕਹਿਰ ਕੀਤਾ, ਇਹਨਾਂ ਬੜਾ ਵੱਡਾ ਜ਼ੁਲਮ ਕੀਤਾ। ਹੇਤ ਹਟਾਵਨ ਪਠਬੋ ਕਰਿਓ। ਚਲੋ ਜਿਹੜੇ ਬਰਾਬਰ ਲੜਦੇ ਸੀ ਉਹਨਾਂ ਨਾਲ ਗੱਲ ਵੱਖਰੀ ਸੀ ਲੜਾਈ ਦੀ, ਪਰ ਅਸੀਂ ਆਪਣਾ ਬੜਾ ਪਿਆਰਾ ਸਿੰਘ ਮਾਨ ਸਿੰਘ ਭੇਜਿਆ ਸੀ, ਉਹ ਤਾਂ ਲੜਾਈ ਰੋਕਣ ਗਿਆ ਸੀ, ਉਹ ਤਾਂ ਸ਼ਾਂਤੀ ਦੂਤ ਬਣ ਕੇ ਗਿਆ ਸੀ ਦੋਵਾਂ ਧਿਰਾਂ ਦੇ ਵਿੱਚ, ਤੇ ਜਿਹਨੂੰ ਅਸੀਂ ਲੜਾਈ ਖਤਮ ਕਰਨ ਲਈ ਭੇਜਿਆ ਸੀ ਦੋਹੇ ਦਿਸ਼ ਤੇ ਸਮਝਾਏ ਮਿਟਾਏ। ਉਹਨੇ ਜਾ ਕੇ ਲੜਾਈ ਬੰਦ ਵੀ ਕਰਾ ਦਿੱਤੀ ਮਾਨ ਸਿੰਘ ਨੇ, ਦੋਵਾਂ ਪਾਸੇ ਦੇ ਬੰਦਿਆਂ ਨੂੰ ਸਮਝਾ ਕੇ। ਭਇਓ ਸ਼ੰਕ ਬਿਨ ਇਤਿ ਉਤ ਜਾਏ। ਉਹ ਹੁਣ ਨਿਸ਼ੰਕ ਹੋ ਕੇ ਇੱਧਰ ਉੱਧਰ ਜਾਂਦਾ ਸੀ, ਉਹਨੂੰ ਕੀ ਪਤਾ ਸੀ ਵੀ ਮੇਰੇ ਤੇ ਵੀ ਇਹ ਗੋਲੀ ਚਲਾਣਗੇ। ਭਾਈ ਮਾਨ ਸਿੰਘ ਤਾਂ ਨਿਸ਼ੰਕ ਹੋ ਕੇ ਦੋਹਾਂ ਪਾਸੇ ਫਿਰਦਾ ਸੀ ਤੇ ਸ਼ਾਂਤ ਕਰ ਰਿਹਾ ਸੀ ਦੋਹਾਂ ਸੂਰਮਿਆਂ ਨੂੰ। ਸੁਧ ਬਿਨ ਇੱਕ ਮੂਰਖ ਤੱਕ ਗੋਰੀ। ਤੇਰੀਆਂ ਫੌਜਾਂ ਵਿੱਚੋਂ ਕਿਸੇ ਇੱਕ ਮੂਰਖ ਨੇ ਗੋਲੀ ਤੱਕ ਕੇ ਚਲਾਈ, ਹਰੀ ਨੇਰ ਹੋਏ ਛਾਤੀ ਫੋਰੀ। ਤੇ ਨੇੜੇ ਹੋ ਕੇ ਚਲਾਈ ਸੀ ਗੋਲੀ ਤੇ ਸਾਡੇ ਸਿੰਘ ਮਾਨ ਸਿੰਘ ਦੀ ਛਾਤੀ ਵਿੱਚ ਗੋਲੀ ਵੱਜੀ, ਤੇ ਨੇੜਿਓਂ ਚੱਲਣ ਕਰਕੇ ਗੋਲੀ ਸਾਡਾ ਸਿੰਘ ਸ਼ਹੀਦੀ ਪਾ ਗਿਆ। ਐਸੋ ਕਰਮ ਕੁਮਤ ਧਰ ਕਰਿਓ। ਇਹੋ ਜਿਹਾ ਖੋਟਾ ਕਰਮ ਖੋਟੀ ਮਤ ਧਾਰਨ ਕਰਕੇ ਤੇਰੇ ਬੰਦਿਆਂ ਨੇ ਕੀਤਾ। ਵੀਰ ਅਮੋਲਕ ਪ੍ਰਾਨਨ ਹਰਿਓ। ਸਾਡਾ ਅਮੋਲਕ ਵੀਰ ਯੋਧਾ ਸੀ ਮਾਨ ਸਿੰਘ, ਉਹਦੇ ਪ੍ਰਾਣ ਘਾਤ ਕਰ ਦਿੱਤੇ ਤੇਰੇ ਬੰਦਿਆਂ ਨੇ। ਗਨ ਸ਼ਤੁਰਨ ਸਮ ਸਨ ਏਕ ਲਰੰਤਾ। ਇਹੋ ਜਿਹਾ ਸੂਰਮਾ ਸੀ, ਸਾਨੂੰ ਅਫਸੋਸ ਇਸ ਗੱਲ ਦਾ ਵੀ ਉਹਨੂੰ ਧੋਖੇ ਨਾਲ ਮਾਰਿਆ ਇਹਨਾਂ। ਜੇ ਉਹ ਲੜ ਕੇ ਮਰਦਾ ਤੇ ਇਹਨਾਂ ਕਈਆਂ ਨੂੰ ਮਾਰ ਕੇ ਸ਼ਹੀਦ ਹੋਣ ਵਾਲਾ ਸਿੰਘ ਸੀ ਸਾਡਾ ਮਾਨ ਸਿੰਘ। ਸਾਨੂੰ ਵੱਡਾ ਅਫਸੋਸ ਇਹ ਹੈ ਵੀ ਉਹ ਤਾਂ ਲੜਾਈ ਮਿਟਾਣ ਗਿਆ ਤੇ ਧੋਖੇ ਦੇ ਨਾਲ ਵਿਸਾਘਾਤ ਕਰਕੇ ਇਹਨਾਂ ਨੇ ਮਾਰਿਆ। ਨਹੀਂ ਤਾਂ ਮਹਾਰਾਜ ਜੀ ਕਹਿੰਦੇ ਇਹੋ ਜਿਹਾ ਸੂਰਮਾ ਸੀ ਬਹਾਦਰ ਸ਼ਾਹ ਸਾਡਾ ਮਾਨ ਸਿੰਘ, ਜਿਹੜਾ ਕੱਲਾ ਲੱਖਾਂ ਦੇ ਨਾਲ ਲੜ ਕੇ ਉਹਨਾਂ ਤੇ ਭਾਰੀ ਪੈਂਦਾ ਸੀ। ਹਾਂਜੀ, ਸੁਮਤਵੰਤ ਬਹੁ ਧੀਰਜਵੰਤਾ। ਫਿਰ ਬੜਾ ਸੁਮਤਵੰਤ ਸੀ ਔਰ ਧੀਰਜ ਨੂੰ ਧਾਰਨ ਕਰਨ ਵਾਲਾ ਬੜਾ ਠਰਮੇ ਵਾਲਾ ਸੀ। ਪ੍ਰਥਮ ਬੈਰ ਸਿਮਰਿਓ ਮਤ ਮੰਦੇ। ਤੇਰੇ ਜਿਹੜੇ ਸਿਪਾਹੀ ਸਨ
ਇਹਨਾਂ ਮਾੜੀ ਮੱਤ ਵਾਲਿਆਂ ਨੇ ਕੋਈ ਪੂਰਬਲਾ ਵੈਰ ਚਿਤਵਿਆ। ਨਹਿ ਜਾਣਿਓ ਇਨ ਆਪਨ ਨਿਕੰਦੇ। ਇਹਨਾਂ ਮਲੇਛਾਂ ਨੇ ਇਹ ਨਹੀਂ ਜਾਣਿਆ ਵੀ ਇਹਨਾਂ ਦਾ ਆਪਣਾ ਹੀ ਨਾਸ਼ ਹੋਣਾ। ਕਹਿ ਇਤਿਆਦ ਕਿਰਪਾ ਪ੍ਰਭ ਕੀਨੀ। ਏਦਾਂ ਕਹਿ ਕੇ ਸਤਿਗੁਰੂ ਜੀ ਨੇ ਕਿਰਪਾ ਰਸ ਵਿੱਚ ਆਉਣਾ ਕੀਤਾ। ਤਿਆਗ ਦੇਹੋ ਇਨ ਆਇਸ ਦੀਨੀ। ਮਹਾਰਾਜ ਜੀ ਕਹਿੰਦੇ ਛੱਡ ਦੇ ਬਹਾਦਰ ਸ਼ਾਹ, ਇਹਨਾਂ ਨੂੰ ਮਾਰ ਕੇ ਹੁਣ ਕਿਹੜਾ ਸਾਡਾ ਸਿੰਘ ਵਾਪਸ ਆ ਜਾਣਾ। ਏਦਾਂ ਇਹਨਾਂ ਨੂੰ ਮਾਰ ਕੇ ਵੇਖੋ, ਮਹਾਰਾਜ ਸੱਚੇ ਪਾਤਸ਼ਾਹ ਦਿਆਲੂ ਵੀ ਨੇ ਵੀ ਜੇ ਮਾਰਨਾ ਤੇ ਲੜਾਈ ਦੇ ਮੈਦਾਨ ਵਿੱਚ ਮਾਰਾਂਗੇ, ਏਦਾਂ ਫੜ ਕੇ ਥੋੜੀ ਫਾਈ ਟੰਗਣੇ ਆ। ਇਹ ਤਾਂ ਕਾਇਰਾਂ ਵਾਲੀ ਬਿਰਤੀ ਹੋਈ ਨਾ। ਮਹਾਰਾਜ ਜੀ ਕਹਿੰਦੇ ਮਾਰਨੇ ਤੇ ਲੜ ਕੇ ਮਾਰਨੇ ਸਨ ਜੰਗ ਦੇ ਮੈਦਾਨ 'ਚ। ਤੇ ਸਤਿਗੁਰੂ ਕਿਰਪਾ ਦੇ ਰਸ ਵਿੱਚ ਆਏ ਤੇ ਆਖਿਆ ਜਿੰਨੇ ਲਿਆਂਦੇ ਨੇ ਫੜ ਕੇ ਬਹਾਦਰ ਸ਼ਾਹ ਤੂੰ ਆਪਣੇ ਸਿਪਾਹੀ ਇਹ ਸਾਰੇ ਛੱਡ ਦੇ। ਕਰਹਿ ਸੰਗਾਰ ਹਾਥ ਨਹਿ ਆਵੇ। ਇਹਨਾਂ ਨੂੰ ਮਾਰ ਕੇ ਸਾਡਾ ਮਾਨ ਸਿੰਘ ਵਾਪਸ ਨਹੀਂ ਆਉਣਾ। ਜੇ ਇਹਨਾਂ ਨੂੰ ਮਾਰ ਵੀ ਦਈਏ ਤੇ ਸਾਡਾ ਮਾਨ ਸਿੰਘ ਨਹੀਂ ਵਾਪਸ ਆਉਣਾ। ਆਪਣੋ ਕੀਓ ਆਪ ਹੀ ਪਾਵੇ। ਇਹ ਆਪਣੇ ਕੀਤੇ ਦਾ ਫਲ ਆਪੇ ਪਾਉਣਗੇ। ਜਿਹੜੀ ਕਰਤੂਤ ਇਹਨਾਂ ਮਾੜੀ ਕੀਤੀ ਹੈ ਉਹਦਾ ਫਲ ਇਹਨਾਂ ਨੂੰ ਭੋਗਣਾ ਪਵੇਗਾ। ਪਕਰੇ ਹੁਤੇ ਪਾਏ ਬੜ ਤਰਾਸਾ। ਹੁਣ ਉਹ ਸਾਰੇ ਫੜੇ ਹੋਏ ਤੇ ਬੜੇ ਡਰੇ ਹੋਏ, ਸਹਿਮੇ ਹੋਏ। ਉਹਨਾਂ ਦੇ ਚਿਹਰਿਆਂ ਤੇ ਇੱਕ ਰੰਗ ਆਉਂਦਾ ਸੀ, ਇੱਕ ਜਾਂਦਾ ਸੀ ਵੀ ਖਬਰੇ ਹੁਣ ਸਾਡੇ ਨਾਲ ਕੀ ਹੋਵੇਗਾ, ਕੀ ਬਣੇਗਾ। ਉਹ ਸਾਰੇ ਸਿਪਾਹੀ ਬੜੇ ਡਰੇ ਹੋਏ ਸੀ। ਜਾਣੈ ਨਿਸ਼ਚੈ ਹੋਏ ਬਿਨਾਸ਼ਾ। ਉਹਨਾਂ ਨੂੰ ਇਹ ਸੀ ਵੀ ਬਸ ਹੁਣ ਤਾਂ ਸਾਡਾ ਨਾਸ਼ ਹੋਣਾ। ਗੁਰੂ ਸਾਹਿਬ ਨੇ ਕਹਿਣਾ ਵੀ ਵੜਾ ਦਿਓ ਇਹਨਾਂ ਨੂੰ ਤੋਪ ਦੇ ਗੋਲਿਆਂ ਨਾਲ ਜਾਂ ਰੋੜ ਦਿਓ ਨਦੀ ਵਿੱਚ। ਉਹ ਬੜੇ ਡਰੇ ਹੋਏ ਤੇ ਸਹਿਮੇ ਹੋਏ ਤੇ ਇਹ ਜਾਣਦੇ ਸੀ ਨਿਸ਼ਚੇ 'ਚ ਕਿ ਹੁਣ ਸਾਡਾ ਵਿਨਾਸ਼ ਹੋਵੇਗਾ। ਗੁਰਬਾਣੀ ਸੁਨ ਸੁਧਾ ਸਮਾਨਾ। ਜਦੋਂ ਸਤਿਗੁਰਾਂ ਦੇ ਬਚਨ ਸੁਣੇ ਨਾ ਉਹਨਾਂ ਨੇ ਅੰਮ੍ਰਿਤ ਵਰਗੇ, ਵੀ ਇਹਨਾਂ ਨੂੰ ਛੱਡ ਦੇ ਬਾਦਸ਼ਾਹ, ਇਹਨਾਂ ਨੂੰ ਮਾਰ ਕੇ ਕਿਹੜਾ ਸਾਡਾ ਮਾਨ ਸਿੰਘ ਵਾਪਸ ਆਉਣਾ। ਇਹ ਮੰਨ ਲਓ ਵੀ ਮੁਰਦਿਆਂ ਦੇ ਕੰਨਾਂ 'ਚ ਪ੍ਰਾਣ ਪੈ ਗਏ ਹੁਣ ਆਵਾਜ਼ ਸੁਣ ਕੇ। ਏਦਾਂ ਇਹਨਾਂ ਨੇ ਜਦੋਂ ਗੁਰੂ ਸਾਹਿਬ ਦੇ ਅੰਮ੍ਰਿਤ ਰੂਪੀ ਬੋਲ ਸੁਣੇ, ਲਖੀ ਕੇ ਦੀਨ ਪ੍ਰਾਨ ਕੋ ਦਾਨਾ। ਜਾਣ ਗਏ ਕਿ ਸਤਿਗੁਰਾਂ ਨੇ ਸਾਨੂੰ ਪ੍ਰਾਣ ਦਾਨ ਦੇ ਦਿੱਤਾ। ਧੰਨ ਗੁਰੂ ਤੁਮਰੀ ਵਡਿਆਈ। ਉਹਨਾਂ ਦੇ ਮੂੰਹੋਂ ਵੀ ਨਿਕਲਿਆ, ਹੈ ਸਤਿਗੁਰੂ ਜੀ ਧੰਨ ਹੋ ਤੇ ਤੁਹਾਡੀ ਵਡਿਆਈ ਧੰਨ ਹੈ। ਧੰਨ ਗੁਰੂ ਹੋ ਤੇ ਧੰਨ ਤੁਹਾਡੀ ਵਡਿਆਈ ਹੈ। ਆਸੇ ਅਪਰਾਧੀ ਦਏ ਛੁਡਾਈ। ਬਹਾਦਰ ਸ਼ਾਹ ਕਹਿੰਦਾ ਮਹਾਰਾਜ ਧੰਨ ਹੋ ਗੁਰਦੇਵ ਜੀ, ਤੁਹਾਡੀ ਵਡਿਆਈ ਧੰਨ ਹੈ ਸਤਿਗੁਰੂ ਜੀ। ਇਹੋ ਜਿਹੇ ਵੱਡੇ ਅਪਰਾਧੀ ਵੀ ਤੁਸੀਂ ਹੁਕਮ ਕਰਕੇ ਛਡਾ ਦਿੱਤੇ। ਇਹੋ ਜਿਹੇ ਅਪਰਾਧੀਆਂ ਨੂੰ ਵੀ ਤੁਸੀਂ ਹੁਕਮ ਕਰਕੇ ਛਡਾ ਦਿੱਤਾ। ਸ਼ਾਹੋ ਬਹਾਦਰ ਬੇਨਤੀ ਕਰ ਕਰ। ਬਾਦਸ਼ਾਹ ਬਹਾਦਰ ਸ਼ਾਹ ਬਾਰ-ਬਾਰ ਬੇਨਤੀਆਂ ਕਰਦਾ, ਮਹਾਰਾਜ ਮੈਂ ਮਾਫੀ ਮੰਗਦਾ ਤੁਹਾਡੇ ਕੋਲੋਂ, ਮੈਂ ਖਿਮਾ ਦੀ ਯਾਚਨਾ ਕਰਦਾ। ਅਧਿਕ ਦੀਨਤਾ ਨਿਜ ਮਹਿ ਧਰ ਧਰ। ਅਧਿਕ ਦੀਨਤਾਈ ਆਪਣੇ ਹਿਰਦੇ ਦੇ ਵਿੱਚ ਧਾਰਨ ਕਰ ਕਰਕੇ ਸਤਿਗੁਰ ਕੋ ਰਿਝਾਏ ਬਹੁ ਲੀਨੋ। ਸਤਿਗੁਰੂ ਜੀ ਨੂੰ ਇਹਨੇ ਆਪਣੇ ਤੇ ਪ੍ਰਸੰਨ ਕਰ ਲਿਆ। ਕਰ ਬੰਧਨ ਪਗ ਉਠਬੋ ਕੀਨੋ। ਔਰ ਗੁਰਦੇਵ ਦੇ ਚਰਨਾਂ 'ਚ ਬੰਦਨਾ ਕਰਕੇ ਬੜੇ ਅਦਬ ਨਾਲ ਨਮਸਕਾਰ ਕਰਕੇ ਬਹਾਦਰ ਸ਼ਾਹ ਉੱਠਿਆ। ਨਿਜ ਡੇਰੇ ਮੈਂ ਪਹੁੰਚਿਓ ਜਾਈ। ਜਿੱਥੇ ਬਹਾਦਰ ਸ਼ਾਹ ਦਾ ਡੇਰਾ ਸੀ, ਨਰਮਦਾ ਦੇ ਕਿਨਾਰੇ ਹੀ ਡੇਰਾ ਸੀ, ਇਹ ਚੱਲ ਕੇ ਆਪਣੇ ਡੇਰੇ ਤੇ ਪਹੁੰਚਿਆ। ਸੁਪਤ ਜਥਾ ਸੁਖ ਨਿਸਾ ਬਿਤਾਈ। ਔਰ ਸੌਂ ਕੇ ਰਾਤ ਬਤੀਤ ਕੀਤੀ। ਭਈ ਪ੍ਰਭਾਤ ਕੂਚ ਕਰ ਡੇਰੇ। ਅਗਲਾ ਦਿਨ ਚੜਿਆ ਤੇ ਇੱਥੋਂ ਕੂਚ ਦੀ ਤਿਆਰੀ ਕੀਤੀ। ਚੱਲਿਓ ਬਹਾਦਰ ਸ਼ਾਹੋ ਅਗੇਰੇ। ਬਾਦਸ਼ਾਹ ਬਹਾਦਰ ਸ਼ਾਹ ਆਪਣੀ ਫੌਜ ਦੇ ਸਮੇਤ ਅੱਗੇ ਅੱਗੇ ਚਲਾ ਗਿਆ। ਮਿਲੇ ਰਾਵ ਰਾਣੇ ਸਮੁਦਾਇ। ਬਹਾਦਰ ਸ਼ਾਹ ਤਾਂ ਸਾਰਾ ਆਪਣਾ ਦੇਸ਼ ਆਪਣੇ ਅਧੀਨ ਕਰ ਰਿਹਾ ਸੀ। ਜਿਹੜੇ ਚੰਗੇ ਚੰਗੇ ਰਾਜੇ ਰਾਣੇ, ਉਹਨਾਂ ਸਾਰਿਆਂ ਨੂੰ ਆਪਣੇ ਜ਼ੇਰ ਅਧੀਨ ਕਰਕੇ ਉਹਨਾਂ ਤੇ ਆਪਣਾ ਹੁਕਮ ਲਾਗੂ ਕਰਦਾ ਹੈ। ਉਹਨਾਂ ਕੋਲੋਂ ਆਪਣੀ ਮਰਜ਼ੀ ਦੇ ਮੁਤਾਬਕ ਉਹਨਾਂ ਤੇ ਟੈਕਸ ਲਾਗੂ ਕਰਦਾ, ਅਧੀਨ ਕਰਕੇ ਚੱਲਦਾ। ਭਇਓ ਤੇਜ ਦਿਨ ਪ੍ਰਤੀ ਅਧਿਕਾਈ। ਬਹਾਦਰ ਸ਼ਾਹ ਦਾ ਦਿਨ ਪ੍ਰਤੀ ਦਿਨ ਤੇਜ ਜਿਹੜਾ ਜਲਾਲ ਉਹ ਵੱਧ ਰਿਹਾ ਹੈ। ਏਕਤ ਲਸ਼ਕਰ ਸਿੰਘ ਸਮਾਨਾ। ਇਧਰ ਸਿੰਘਾਂ ਦੇ ਸਮਾਨ, ਸ਼ੇਰਾਂ ਦੇ ਸਮਾਨ ਮਹਾਰਾਜ ਜੀ ਦਾ ਲਸ਼ਕਰ ਹੈ। ਹੋਇ ਨਮਵਾਸੀ ਤਰਾਸ ਮਹਾਨਾ। ਹਾਂ, ਕਹਿੰਦੇ ਬਹਾਦਰ ਸ਼ਾਹ ਨਾਲ ਵੀ ਬੜੀ ਵੱਡੀ ਫੌਜ ਸੀ। ਹੁਣ ਇਹਦੇ ਕੋਲ ਏਡੀ ਵੱਡੀ ਫੌਜ ਸੀ ਕਿ ਵੱਡੇ ਤੋਂ ਵੱਡੇ ਰਾਜੇ ਵੀ ਜਿਹੜੇ ਸਨ ਉਹ ਲੜਨ ਦਾ ਹੌਸਲਾ ਨਹੀਂ ਸਨ ਕਰਦੇ।
22 ਲੱਖ ਦੇ ਨੇੜੇ ਤੇੜੇ ਤਾਂ ਫੌਜਾਂ ਸਨ ਬਹਾਦਰ ਸ਼ਾਹ ਦੇ ਕੋਲ। ਹੁਣ ਕਿਹਦੇ 'ਚ ਇੰਨਾ ਹੌਸਲਾ ਸੀ ਵੀ ਜਿਹੜਾ ਇਹਦੇ ਖਿਲਾਫ ਬਗਾਵਤ ਕਰੇ ਤੇ ਇਹਦੇ ਨਾਲ ਲੜਾਈ ਕਰੇ। ਜਿੱਧਰ ਜਾਂਦਾ ਸੀ ਵੱਡੇ ਵੱਡੇ ਰਾਜੇ ਇਹਦੀ ਈਨ ਮੰਨ ਲੈਂਦੇ ਸਨ ਬਿਨਾਂ ਲੜਿਆਂ। ਸਲਤਾ ਤਪਤੀ ਤਰਨ ਕੁਮਾਰੀ। ਚਲਦਿਆਂ ਚਲਦਿਆਂ ਤਾਪਤੀ ਨਾਮਕ ਨਦੀ ਹੈ ਉੱਥੇ ਤੱਕ ਆ ਪਹੁੰਚੇ। ਬਹਾਦਰ ਸ਼ਾਹ ਵੀ ਆ ਗਿਆ ਉੱਥੇ ਤਾਈਂ, ਕਲਗੀਧਰ ਜੀ ਵੀ ਪਿੱਛੇ ਪਿੱਛੇ, ਮਹਾਰਾਜ ਜੀ ਵੀ ਸੈਲ ਕਰਦੇ ਕਰਦੇ ਆ ਗਏ। ਤਾਪਤੀ ਨਦੀ ਵਗਦੀ ਹੈ, ਇਹਨੂੰ ਵੀ ਸੂਰਜ ਦੀ ਪੁੱਤਰੀ ਕਿਹਾ ਜਾਂਦਾ। ਜਮਨਾ ਵੀ ਜਿਵੇਂ ਸੂਰਜ ਪੁੱਤਰੀ ਕਹੀ ਜਾਂਦੀ ਹੈ, ਇਹ ਤਾਪਤੀ ਨਦੀ ਨੂੰ ਵੀ ਸੂਰਜ ਪੁੱਤਰੀ ਕਹਿੰਦੇ ਨੇ। ਇਹ ਸਤਪੁੜਾ ਦੇ ਪਹਾੜਾਂ ਚੋਂ ਨਿਕਲ ਕੇ ਅਰਬ ਸਮੁੰਦਰ ਵਿੱਚ ਜਾ ਕੇ ਸਮਾਉਂਦੀ ਹੈ। ਤੋ ਤਾਪਤੀ ਨਦੀ ਉਹਦੇ ਕਿਨਾਰੇ ਆ ਗਏ। ਮਾਗੇ ਉਲੰਘ ਪਹੁੰਚੇ ਉਹ ਦਲ ਭਾਰੀ। ਤੇ ਵੱਡਾ ਪੈਂਡਾ ਤੈਅ ਕਰਕੇ ਸਾਰਾ ਦਲ, ਸਾਰੀਆਂ ਫੌਜਾਂ ਆ ਪਹੁੰਚੀਆਂ। ਉਤਰਿਓ ਸ਼ਾਹ ਤੀਰ ਤਿਸ ਕੇਰੇ। ਔਰ ਬਾਦਸ਼ਾਹ ਬਹਾਦਰ ਸ਼ਾਹ ਨੇ ਆਣ ਕੇ ਉਤਾਰਾ ਕੀਤਾ। ਬਿਮਲ ਨੀਰ ਸੁੰਦਰ ਕੋ ਹੇਰੇ। ਤਾਪਤੀ ਨਦੀ ਵਿੱਚ ਬੜਾ ਨਿਰਮਲ ਸਵੱਛ ਜਲ ਉਹ ਵਗਦਾ ਵੇਖਿਆ। ਚੱਕਰਵਾਕ ਕਾਰਿੰਡਵ ਘਨੇ। ਬਹੁਤ ਸਾਰੇ ਚੱਕਰਵਾਕ ਤੇ ਕਰੰਡਵ ਪੰਛੀ ਜਿਹੜੇ ਨੇ ਉਹ ਬੋਲਦੇ ਨੇ। ਤਟ ਸ਼ਬਦਾਏ ਮਾਨ ਖਗ ਭਨੇ। ਬਹੁਤ ਸਾਰੇ ਪੰਛੀ ਤਾਪਤੀ ਨਦੀ ਦੇ ਕੰਢੇ ਦੇ ਉੱਤੇ ਬੋਲਦੇ ਨੇ, ਉਹਨਾਂ ਦੀ ਆਵਾਜ਼ ਬੋਲਣ ਵਿੱਚ ਸੁਣਾਈ ਦਿੰਦੀ ਹੈ। ਕੂਰਮ ਮੀਨ ਬ੍ਰਿੰਦ ਜਲ ਜਨਤਾ। ਤਾਪਤੀ ਨਦੀ ਵਿੱਚ ਬਹੁਤ ਸਾਰੇ ਕੱਛੂ, ਕੁੰਮੇ, ਮੱਛੀਆਂ ਤੇ ਬਹੁਤ ਸਾਰੇ ਜਲ ਜੰਤੂ ਹਨ। ਸੁੰਦਰ ਦੇਸ਼ ਜਹਾਂ ਸੁਖਵੰਤਾ। ਨਦੀ ਦਾ ਕਿਨਾਰਾ ਹੋਣ ਕਰਕੇ ਹਰਿਆਵਲ ਬੜੀ ਆ ਦੂਰ ਤਾਈਂ, ਪੰਛੀ ਚੋਕਦੇ ਨੇ, ਦਰਖਤ ਬੜੇ ਸੋਹਣੇ ਨੇ ਨਦੀ ਦੇ ਕਿਨਾਰੇ ਕਿਨਾਰੇ, ਤੇ ਬੜਾ ਸੁੰਦਰ ਰਮਣੀਕ ਇਲਾਕਾ, ਸੋਹਣਾ ਦੇਸ਼ ਹੈ। ਚੱਲ ਆਏ ਸਤਿਗੁਰ ਭਗਵਾਨ। ਇੰਨੇ ਨੂੰ ਪਿੱਛੇ ਪਿੱਛੇ ਕਲਗੀਧਰ ਪਾਤਸ਼ਾਹ ਜੀ ਵੀ ਆ ਪਹੁੰਚੇ। ਹੇਰਤ ਉਤਰੇ ਪੁਰ ਬੁਰਹਾਨ। ਮਹਾਰਾਜ ਸੱਚੇ ਪਾਤਸ਼ਾਹ ਚੱਲ ਕੇ ਤਾਪਤੀ ਨਦੀ ਤੋਂ ਹੀ ਕੁਝ ਦੂਰੀ ਤੇ ਨਗਰ ਹੈ ਬੁਰਹਾਨਪੁਰ। ਕਲਗੀਆਂ ਵਾਲੇ ਪਾਤਸ਼ਾਹ ਜੀ ਮਹਾਰਾਜ ਬੁਰਹਾਨਪੁਰ ਨਗਰ ਵਿੱਚ ਆ ਪਹੁੰਚੇ। ਬੁਰਹਾਨਪੁਰ ਵਿੱਚ ਮਹਾਰਾਜ ਦਸਵੇਂ ਪਾਤਸ਼ਾਹ ਦੇ ਹੱਥਾਂ ਦੇ ਲਿਖੇ ਹੁਕਮਨਾਮੇ ਸੁਭਾਏਮਾਨ ਹਨ। ਪੁਰਾਤਨ ਹੱਥ ਲਿਖਤ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ, ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੇ, ਜੋ ਬਹੁਤ ਪੁਰਾਤਨ ਗੁਰੂ ਸਾਹਿਬ ਦੇ ਸਮੇਂ ਦੇ ਹੀ ਦੱਸੇ ਜਾਂਦੇ ਹਨ, ਉਹ ਵੀ ਬੁਰਹਾਨਪੁਰ ਨਗਰ ਦੇ ਵਿੱਚ ਮਹਾਰਾਜ ਜੀ ਦੇ ਸਥਾਨ ਤੇ ਸ਼ੋਭਨੀਕ ਨੇ। ਬੜਾ ਸੁੰਦਰ ਦਰਬਾਰ ਬਣਿਆ ਹੋਇਆ। ਤਖਤ ਸੱਚਖੰਡ ਸ੍ਰੀ ਹਜੂਰ ਸਾਹਿਬ ਨੂੰ ਜਾਣ ਵਾਲੀਆਂ ਬਾਏ ਰੋਡ ਜਿਹੜੀਆਂ ਸੰਗਤਾਂ ਜਾਂਦੀਆਂ ਹਨ, ਉਸ ਸਥਾਨ ਤੇ ਦਰਸ਼ਨ ਕਰਕੇ ਫਿਰ ਅੱਗੇ ਵਧਦੇ ਹਨ। ਮਹਾਰਾਜ ਜੀ ਦਾ ਸੋਹਣਾ ਦਰਬਾਰ। ਕਈ ਦਿਨ ਮਹਾਰਾਜ ਸੱਚੇ ਪਾਤਸ਼ਾਹ ਇੱਥੇ ਬਿਰਾਜੇ ਨੇ ਬੁਰਹਾਨਪੁਰ ਤੋਂ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਬੁਰਹਾਨਪੁਰ ਨਗਰ ਦੇ ਵਿੱਚ ਆਏ ਹਨ। ਤਹਿ ਕੀ ਸੰਗਤ ਸਦਨ ਸੁਧਾਰਾ। ਬੁਰਹਾਨਪੁਰ ਬਹੁਤ ਸਾਰੀਆਂ ਸੰਗਤਾਂ ਮਹਾਰਾਜ ਜੀ ਦੀਆਂ ਰਹਿੰਦੀਆਂ ਸੀ, ਗੁਰਸਿੱਖ ਰਹਿੰਦੇ ਸੀ ਇਸ ਨਗਰ 'ਚ। ਤਦੇ ਇੱਥੋਂ ਦੀ ਸੰਗਤ ਦੇ ਨਾਂ ਤੇ ਹੁਕਮਨਾਮੇ ਵੀ ਮਿਲਦੇ ਆ ਮਹਾਰਾਜ ਜੀ ਦੇ ਲਿਖੇ ਹੋਏ। ਤੋ ਬੁਰਹਾਨਪੁਰ ਦੀ ਸੰਗਤ ਨੇ ਇੱਕ ਬੜਾ ਸੁੰਦਰ ਘਰ ਬਣਾਇਆ ਹੋਇਆ। ਗੁਰ ਕੇ ਹੇਤ ਮਨੋਰਥ ਧਾਰਾ। ਸੰਗਤ ਨੇ ਜਿਵੇਂ ਗੁਰੂ ਘਰ ਬਣਾਇਆ, ਸੋਹਣਾ ਸਥਾਨ ਬਣਾ ਕੇ, ਤੇ ਸੰਕਲਪ ਇਹ ਕੀਤਾ ਸੀ ਬੁਰਹਾਨਪੁਰ ਦੀ ਸੰਗਤ ਨੇ ਕਿ ਜਦੋਂ ਕਲਗੀਧਰ ਪਾਤਸ਼ਾਹ ਆਉਣਗੇ ਤੇ ਉਹਨਾਂ ਦਾ ਇੱਥੇ ਨਿਵਾਸ ਕਰਾਵਾਂਗੇ। ਸੰਗਤ ਨੂੰ ਇਹ ਪਤਾ ਸੀ ਕਿ ਸਤਿਗੁਰੂ ਜੀ ਇੱਧਰ ਦੱਖਣ ਨੂੰ ਆ ਰਹੇ ਨੇ ਤੇ ਸਾਡੀ ਭਾਵਨਾ ਵੀ ਜ਼ਰੂਰ ਪੂਰੀ ਕਰਨਗੇ, ਬੁਰਹਾਨਪੁਰ ਵੀ ਆਉਣਗੇ। ਤੋ ਬੁਰਹਾਨਪੁਰ ਦੀ ਜਿੰਨੀ ਸੰਗਤ ਸੀ ਉਹਨਾਂ ਨੇ ਬੜਾ ਸੋਹਣਾ ਸਥਾਨ ਬਣਾ ਕੇ, ਵਿੱਚ ਸੋਹਣਾ ਪਲੰਘਾ ਡਾਇਆ, ਉੱਤੇ ਸੋਹਣਾ ਚੰਦੋਆ ਤਾਣਿਆ, ਵਿਛਾਣਾ ਵਿਛਾ ਕੇ ਮਨ 'ਚ ਸੰਕਲਪ ਕੀਤਾ ਕਿ ਕਲਗੀਧਰ ਸੁਆਮੀ ਆਉਣਗੇ ਤੇ ਇੱਥੇ ਸਤਿਗੁਰਾਂ ਨੂੰ ਬਿਰਾਜਮਾਨ ਕਰਾਵਾਂਗੇ। ਇਹ ਭਾਵਨਾ ਸੰਗਤ ਦੇ ਮਨ ਵਿੱਚ ਸੀ। ਕਰ ਹੈ ਬਸਾਵਨ ਇਸਕੇ ਮਾਹੇ। ਇਹ ਜਿਹੜਾ ਸੋਹਣਾ ਮਕਾਨ ਬਣਾਇਆ ਹੈ, ਇੱਥੇ ਸਤਿਗੁਰਾਂ ਦਾ ਨਿਵਾਸ ਕਰਾਵਾਂਗੇ। ਸਤਿਗੁਰੂ ਜੀ ਇੱਥੇ ਰਹਿ ਕੇ ਦਰਸ਼ਨ ਦੇਣਗੇ। ਸਭ ਸੰਗਤ ਪੁਨ ਦਰਸ਼ਨ ਜਾਹੇ। ਤੇ ਸਾਰੀਆਂ ਸੰਗਤਾਂ ਇੱਥੇ ਹੀ ਆ ਕੇ ਦਰਸ਼ਨ ਕਰਿਆ ਕਰਨਗੀਆਂ ਕਲਗੀਧਰ ਜੀ ਦੇ। ਸੰਮਤ ਆਗੇ ਸਦਨ ਬਣਾਏ। ਮਹਾਰਾਜ ਸੱਚੇ ਪਾਤਸ਼ਾਹ ਤੋਂ ਤਕਰੀਬਨ ਸਾਲ ਭਰ ਪਹਿਲਾਂ ਹੀ ਇਹਨਾਂ ਨੇ ਘਰ ਬਣਾ ਲਿਆ ਸੀ। ਭਾਵਨਾ ਬਣਾ ਲਈ ਵੀ ਸਤਿਗੁਰੂ ਜੀ ਆਉਣਗੇ, ਇੱਥੇ ਚਰਨ ਪਾਉਣਗੇ।
ਸੰਮਤ ਨਾਮ ਹੈ ਸਾਲ ਦਾ। ਸਾਲ ਭਰ ਪਹਿਲਾਂ ਹੀ ਇੱਕ ਮਕਾਨ ਇਹਨਾਂ ਨੇ ਬਣਾ ਕੇ ਤਿਆਰ ਕਰ ਲਿਆ ਸੀ ਧਰੀ ਕਾਮਨਾ ਬਸ ਹੈ ਆਏ। ਔਰ ਮਨ 'ਚ ਕਾਮਨਾ ਸੀ ਕਿ ਸਤਿਗੁਰੂ ਜੀ ਇੱਥੇ ਆ ਕੇ ਵਸਣਗੇ, ਕਿਉਂਕਿ ਕਲਗੀਧਰ ਪਹਿਲਾਂ ਦੱਖਣ ਨੂੰ ਜਾ ਰਹੇ ਸਨ, ਪਰ ਰਸਤੇ ਵਿੱਚ ਹੀ ਖਬਰ ਮਿਲੀ ਕਿ ਔਰੰਗਾ ਜਿਹੜਾ ਕੁੱਪਾ ਰਿੜ ਗਿਆ। ਉੱਥੋਂ ਫਿਰ ਮਹਾਰਾਜ ਜੀ ਵਾਪਸ ਆਏ ਦਿੱਲੀ ਨੂੰ। तो उधरों बुरहानपुर वालियां ने उदों ही वो मकान बना लिया होवेगा, तदे साल भर पहले ही बना के तैयार कर लिया होया सी कि सतगुरु जी आउणगे। फिर सतगुरु जदों दोबारा गए बहादुर शाह नाल दक्षिण दिशा नूं, बुरहानपुर दी संगत दी भावना फिर सतगुरां ने पूरी कीती। तो बड़ा सोहना घर बना के इन्हां ने कामना कीती कि सतगुरु जी इत्थे आके निवास करनगे। संगत की पूरन अभिलाखा, सारी संगत दी अभिलाखा कलगीधर जी पूरी करनगे। पहुंचे गुरु सकल मग नाखा, सतगुरु जी सारा राह तय करके पैंडा तय करके तापती नदी तो नेड़े ही आए बुरहानपुर महाराज जी पहुंचे। संगत के मुख सिख चल आए। जेड़े बुरहानपुर दे मुखी सिख सी संगत विचों जदों पता लगा कलगीधर जी आ रहे ने बुरहानपुर वल, वो अगे आए महाराज जी दा स्वागत करन लई। ले गमने हुए कर अगवाए, और सतगुरु जी नूं अपने नाल लैके अगे हो के ना आगू बन के पातशाह नूं लैके गए। हाथ जोड़ उतराए बडेरा, हाथ जोड़ के बड़े अदब नाल सत्कार नाल सतगुरु जी दा उतारा करवाया। संगत आन दरस को हेरा, बहुत सारियां संगतां ने आके सतगुरु कलगीधर जी दे दर्शन कीते। साल भर तो जिहड़ी जगह बनाई हुई सी, संकल्प कीता सी संगत ने इत्थे आके सतगुरु बैठणगे। अज संगत दे मन दी ओ कामना सतगुरां ने पूर्ण कीती। उसे पलंगे ते बह के दर्शन दिदारे दिते। सारियां संगतां ने आके दर्शन दिदारे कीते। अनिकय कोरन अरपय गारी, अनेकां प्रकार दियां कोरां पटावां लिया के सतगुरां नूं अर्पण कीतियां। गर्भ विभूखन पट मुल भारी, किसे ने लिया के धन अर्पण कीता, किसे ने गहने अर्पण कीते, किसे ने बहु मुल्ले वस्त्र लिया के भेटा कीते। बहु पकवान तिहावल आए, कोई कड़ा प्रसाद दी देग लैके आया ते कोई पकवान बना के ले आया। करे अरदास अखिल बरताए, अरदास करके सतगुरां दे चरनां विच सारे पकवान भेटा करके फिर संगत विच वरताए। खेत देग के चावर चून, सतगुरां दे लंगरां वास्ते रस्तां बस्तां लियांदियां सिखां ने। कोई चावल लैके आया, कोई आटा लैके आया, कोई कणक लैके आया, इसे तरह कोई घ्यो लैके आया, कोई मसाले लैके आया, कोई दुध दही, कोई इदां जो जो गुरु के लंगरां दे विच लगदा है वो रस्तां बस्तां गुरसिख लैके आए। प्रेत मिष्टान आन सब हून, घ्यो, खंड, आटा, होर बहुत सारियां जो लंगरां विच वस्तुआं चाहीदियां हुंदियां ने वो गुरसिखां ने पहुंचदियां कीतियां। कीनी विविध बिदन की सेवा, इदां विविध प्रकार दी सेवा संगत ने कीती। जिथे लंगरां विच रस्तां बस्तां हाਜ਼ਰ कीतियां, उथे लंगरां नूं पकाउण वास्ते बालण आदਿਕ दी लोड़ सी। बालण लिया के भेट कीता। फिर घोड़ियां वास्ते घाह पट्ठे दा दाणे दा प्रबंध कीता, क्योंकि सतगुरां नाल घोड़े भी ने, उन्हां वास्ते घाह पट्ठे दा दाणे दा प्रबंध भी संगत ने कीता। करे प्रसन्न भले गुरदेवा, नाल जेड़े सिंह ने उन्हां नूं जेड़ी जेड़ी कोई वस्तु चाहीदी है, जे किसे नूं कोई बिस्तरा चाहिदा, किसे नूं कोई चादरा वस्त्र चाहिदा, जां किसे नूं कोई आराम करन वास्ते जो जो ਸਿੰਘਾਂ ਦੀਆਂ भी लोड़ां हुंदियां ने वो भी संगत ने उन्हां दे कोलों वस्तुआं पहुंचदियां कीतियां। और सतगुरु जी दी ये सेवा करके बुरहानपुर दे वासियां ने गुरु कलगीधर पातशाह जी महाराज जी दीयां खुशियां लईयां, सतगुरां दी प्रसन्नता लई। खुशी करी सब पर हर खाए, सारियां ते कलगीधर पातशाह ने बड़ियां खुशियां कीतियां। बड़े प्रसन्न होए बाजां वाले चोजी प्रीतम जी। पूरी कामना सिख समुदाय, सारियां सिख संगतां दीयां कामनावां महाराज जी ने पूर्ण कीतियां। जेड़ी जेड़ी कोई कामना लैके आया सब दीयां कामनावां पूर्ण कीतियां। इच्छा पूरक सर्व सुख दाता हर
ਜਾਂ ਕੈ ਵਸ ਹੈ ਕਾਮ ਧੇਨਾ। ਮਹਾਰਾਜ ਸੱਚੇ ਪਾਤਸ਼ਾਹ ਇੱਛਾਵਾਂ ਪੂਰੀਆਂ ਕਰਨ ਵਾਲੇ ਨੇ। ਦਇਆਨੰਦ ਸਵਾਮੀ ਜੀ ਨੇ ਆਏ ਹੋਏ ਹਰ ਇੱਕ ਗੁਰਸਿੱਖ ਦੀ ਮਾਈ ਭਾਈ ਦੀ ਕਾਮਨਾ ਪੂਰਨ ਕੀਤੀ ਹੈ। ਤਪਤੀ ਨਦੀ ਤੀਰ ਪਰ ਡੇਰਾ। ਤਾਪਤੀ ਨਦੀ ਦੇ ਬਿਲਕੁਲ ਕਿਨਾਰੇ ਤੇ ਹੀ ਇਹ ਨਗਰ ਹੈ ਬੁਰਹਾਨਪੁਰ। ਉੱਥੇ ਸਤਿਗੁਰੂ ਨੇੜੇ ਨਦੀ ਵਗਦੀ ਆ, ਪਾਣੀ ਦੀ ਕਿੱਲਤ ਨਹੀਂ ਸੀ। ਅਕਸਰ ਸਤਿਗੁਰੂ ਜੀ ਡੇਰਾ ਉੱਥੇ ਹੀ ਕਰਿਆ ਕਰਦੇ ਜਿੱਥੇ ਪਾਣੀ ਦਾ ਪ੍ਰਬੰਧ ਹੁੰਦਾ ਸੀ, ਜਾਂ ਕੋਈ ਨਦੀ ਦਾ ਕਿਨਾਰਾ ਹੋਣਾ, ਜਾਂ ਕੋਈ ਤਾਲ ਸਰੋਵਰ ਹੋਣਾ, ਜਾਂ ਕੋਈ ਬੌਲੀ ਖੂਹ ਹੋਣਾ, ਉਹਦੇ ਨੇੜੇ ਮਹਾਰਾਜ ਜੀ ਪੜਾ ਕਰਿਆ ਕਰਦੇ ਸਨ, ਤਾਂ ਜੋ ਸਿੰਘਾਂ ਨੂੰ ਘੋੜਿਆਂ ਨੂੰ ਪਾਣੀ ਦੀ ਕਿੱਲਤ ਨਾ ਹੋਵੇ। ਜਲ ਪਾਣੀ ਦੀ ਤਾਂ ਜ਼ਰੂਰਤ ਪੈਂਦੀ ਹੈ, ਚਾਹੇ ਲੰਗਰ ਪਕਾਉਣਾ ਤਾਂ ਜਲ ਦੀ ਲੋੜ ਹੈ। ਤੋ ਤਾਪਤੀ ਨਦੀ ਦੇ ਕਿਨਾਰੇ ਸਤਿਗੁਰਾਂ ਨੇ ਡੇਰਾ ਰੱਖਿਆ। ਬੜਾ ਸਾਫ਼ ਤੇ ਨਿਰਮਲ ਜਲ ਜਿਹੜਾ ਉਹ ਤਾਪਤੀ ਨਦੀ ਦੇ ਵਿੱਚੋਂ ਵਗਦਾ ਹੈ। ਊਚ ਦਮਦਮਾ ਸੁੰਦਰ ਹੇਰਾ। ਨੇੜੇ ਮਹਾਰਾਜ ਜੀ ਨੇ ਉੱਚਾ ਦਮਦਮਾ ਵੇਖਿਆ। ਉੱਚੇ ਥਾਂ ਦੇ ਉੱਤੇ ਇੱਕ ਟਿੱਬਾ ਜਿਹਾ ਬਣਿਆ। ਦਮਦਮਾ ਟਿੱਬੇ ਨੂੰ ਵੀ ਕਹਿ ਦਿੰਦੇ, ਉੱਚੇ ਨੂੰ। ਨਦੀ ਦੇ ਕਿਨਾਰੇ ਤੇ ਇੱਕ ਉੱਚਾ ਟਿੱਬਾ ਸਤਿਗੁਰੂ ਜੀ ਨੇ ਵੇਖਿਆ। ਤਹਾਂ ਬਾਸ ਪ੍ਰਭ ਨਿਸਾ ਬਿਤਾਈ। ਉੱਥੇ ਮਹਾਰਾਜ ਜੀ ਨੇ ਆਪਣਾ ਤੰਬੂ ਲਵਾਇਆ। ਉੱਥੇ ਰਾਤ ਸਤਿਗੁਰਾਂ ਨੇ ਬਤੀਤ ਕੀਤੀ। ਸੋਚ ਇਸ਼ਨਾਨ ਪ੍ਰਾਤ ਹੋਏ ਆਈ। ਔਰ ਸੋਚ ਇਸ਼ਨਾਨ ਕੀਤਾ। ਅੰਮ੍ਰਿਤ ਵੇਲਾ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜੋ ਨਿਯਮ ਸੀ ਉਹ ਨਿਭਾਇਆ। ਔਰ ਲੋ ਲੱਗ ਗਈ, ਦਿਨ ਚੜ ਗਿਆ। ਵਸਤਰ ਸ਼ਸਤਰ ਸਜ ਕਹਿ ਬਿਦ ਨਾਨਾ। ਸੋਹਣੇ ਬਸਤਰ, ਸੋਹਣੇ ਸ਼ਸਤਰ ਨਾਨਾ ਪ੍ਰਕਾਰ ਦੇ ਮਹਾਰਾਜ ਜੀ ਨੇ ਆਪਣੇ ਸਰੀਰ ਤੇ ਧਾਰਨ ਕੀਤੇ। ਜ਼ੇਵਰ ਜਬਰ ਜ਼ੇਬ ਜਿਨ ਜਾਨਾ। ਬੜੇ ਸੋਹਣੇ ਜ਼ੇਵਰ, ਬੜੇ ਸੋਹਣੇ ਜਿਨ੍ਹਾਂ ਵਿੱਚ ਕੀਮਤੀ ਜਵਾਹਰਾਤ ਚਮਕਦੇ ਨੇ, ਉਹ ਮਹਾਰਾਜ ਜੀ ਨੇ ਆਪਣੇ ਸਰੀਰ ਤੇ ਧਾਰਨ ਕੀਤੇ। ਬਾਦਸ਼ਾਹ ਦਰਵੇਸ਼ ਨੇ ਸਤਿਗੁਰੂ। ਸੋਹਣੀ ਗਲ ਦੇ ਵਿੱਚ ਕਹਿੰਦੇ ਮੋਤੀਆਂ ਦੀ ਮਾਲਾ ਹੈ, ਔਰ ਸੋਨੇ ਦੇ ਬਹੁਤ ਸਾਰੇ ਆਭੂਸ਼ਣ ਬਾਦਸ਼ਾਹ ਦਰਵੇਸ਼ ਜੀ ਆਪਣੇ ਸਰੀਰ ਤੇ ਸਜਾਉਂਦੇ ਨੇ। ਸਭਾ ਖਾਲਸੇ ਕੀ ਦਿਸ਼ ਚਾਰੀ। ਔਰ ਖਾਲਸੇ ਦੀ ਜਿਹੜੀ ਸਭਾ ਹੈ ਉਹਦੇ ਵੱਲ ਮਹਾਰਾਜ ਜੀ ਆਏ। ਮਿਲੇ ਹਜ਼ਾਰੋਂ ਨਰ ਅਰ ਨਾਰੀ। ਇਲਾਕੇ ਦੇ ਬਹੁਤ ਸਾਰੇ ਨਰ ਨਾਰੀਆਂ ਆ ਕੇ ਸਤਿਗੁਰੂ ਜੀ ਨੂੰ ਮਿਲੇ। ਦਰਸ਼ਨ ਕਰਤ ਹੋਤ ਬਲਿਹਾਰੀ। ਜਿਹੜਾ ਦਰਸ਼ਨ ਕਰਦਾ ਬਲਿਹਾਰ ਹੋ ਜਾਂਦਾ ਮਹਾਰਾਜ ਜੀ ਤੋਂ। ਵਾਰੇ ਵਾਰੇ ਜਾਂਦਾ ਮਹਾਰਾਜ ਜੀ ਦੇ ਸੋਹਣੇ ਸਰੂਪ ਨੂੰ ਵੇਖ ਕੇ ਕਹਿੰਦੇ, ਬਲਿਹਾਰੀ ਗੁਰ ਆਪਣੇ ਦਿਹਾੜੀ ਸਦਵਾਰ। ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ। ਮਹਾਰਾਜ ਜੀ ਤੋਂ ਵਾਰੇ ਵਾਰੇ ਜਾਂਦੇ ਹਨ, ਬਲਿਹਾਰ ਨੇ ਜਾਂਦੇ ਹਨ। ਸੁਨ ਹੈ ਬਾਕ ਗੁਰ ਕੇ ਸੁਖਕਾਰੀ। ਸਤਿਗੁਰਾਂ ਦੇ ਸੁਖ ਦੇਣ ਵਾਲੇ ਵਾਕ, ਜਿਨ੍ਹਾਂ ਵਾਕਾਂ 'ਚ ਸੁੱਖ ਹੈ, ਜਿਨ੍ਹਾਂ ਬਚਨਾਂ ਵਿੱਚ ਸੁੱਖ ਹੈ, ਉਹ ਬਚਨ ਮਹਾਰਾਜ ਜੀ ਦੇ ਸੁਣਦੇ ਹਨ। ਇਸ ਪ੍ਰਕਾਰ ਕੇ ਤਿਕ ਦਿਨ ਡੇਰਾ। ਇਸੇ ਤਰ੍ਹਾਂ ਕਈ ਦਿਨ ਮਹਾਰਾਜ ਜੀ ਨੇ ਬੁਰਹਾਨਪੁਰ ਵਿੱਚ ਹੀ ਆਪਣਾ ਡੇਰਾ ਰੱਖਿਆ। ਵਸੇ ਦੇਸ਼ ਬਹੁ ਸੁੰਦਰ ਹੇਰਾ। ਬੜਾ ਸੋਹਣਾ ਦੇਸ਼ ਹੈ ਬੁਰਹਾਨਪੁਰ ਦਾ। ਇਲਾਕਾ ਬੜਾ ਸੁੰਦਰ ਹੈ। ਨਦੀ ਦਾ ਕਿਨਾਰਾ ਹੋਣ ਕਰਕੇ ਬੜੀ ਸੋਹਣੀ ਹਰਿਆਵਲ ਹੈ। ਸੋਹਣੇ ਬਾਗ ਬਗੀਚੇ ਦਰਖਤ ਨੇ। ਪਾਪੀ ਕੂਪ ਤਰੋਵਰ ਭਾਰੇ। ਨੇੜੇ ਬੜੀਆਂ ਨਿੱਕੀਆਂ ਨਿੱਕੀਆਂ ਬੌਲੀਆਂ ਬਣੀਆਂ ਹੋਈਆਂ ਨੇ, ਖੂਹ ਬਣੇ ਹੋਏ ਨੇ। ਬੜੇ ਬੜੇ ਸੁੰਦਰ ਹਰੇ ਛਾਂ ਵਾਲੇ ਸੰਘਣੇ ਦਰਖਤ ਹਨ। ਸੂਰਜ ਦੋਹਿਤਾ ਤੀਰ ਉਦਾਰੇ। ਸੂਰਜ ਦੀ ਦੋਹਿਤਾ ਨਾਮ ਹੁੰਦਾ ਲੜਕੀ। ਸੂਰਜ ਦੀ ਲੜਕੀ ਤਾਪਤੀ ਨਦੀ, ਕਹਿੰਦੇ ਉਹਦੇ ਕਿਨਾਰੇ ਮਹਾਰਾਜ ਜੀ ਉਤਰੇ ਨੇ ਉਦਾਰ ਸਤਿਗੁਰੂ। ਚੜ ਕੇ ਵਿੱਚ ਰਹਿ ਇੱਕ ਸਮ ਅਵਨੀ। ਮਹਾਰਾਜ ਜੀ ਘੋੜੇ ਤੇ ਸਵਾਰ ਹੋ ਕੇ ਨਦੀ ਦੇ ਕਿਨਾਰੇ ਕਿਨਾਰੇ ਫਿਰਦੇ ਆ। ਸਮਤਲ ਜ਼ਮੀਨ ਆ ਦੂਰ ਤਾਈਂ, ਔਰ ਮਹਾਰਾਜ ਜੀ ਵਿਚਰ ਕੇ ਆਉਂਦੇ ਆ। ਸ਼ਿਕਾਰ ਵੀ ਖੇਡਦੇ ਨੇ। ਹਰਤ ਦੂਰਬਾ ਤੇ ਦੁੱਤ ਰਵਨੀ। ਤੇ ਹਰੇ ਹਰੇ ਰੰਗ ਦਾ ਦੂਰਬਾ ਘਾਹ ਹੈ। ਦੂਬੜਾ ਘੋੜਿਆਂ ਵਾਸਤੇ ਘਾਹ ਬੜਾ ਉਪਯੋਗੀ ਹੁੰਦਾ ਹੈ। ਤੋ ਘੋੜਿਆਂ ਵਾਸਤੇ ਵੀ ਘਾਹ ਪੱਠੇ ਦਾ ਪ੍ਰਬੰਧ ਵਧੀਆ ਹੋ ਜਾਂਦਾ ਹੈ। ਸ਼ਾਹੋ ਬਹਾਦਰ ਚੜ ਪ੍ਰਸਥਾਨਾ। ਬਹਾਦਰ ਸ਼ਾਹ ਤਾਂ ਇੱਥੋਂ ਅੱਗੇ ਨੂੰ ਚਲਾ ਗਿਆ, ਪ੍ਰਸਥਾਨ ਕਰ ਗਿਆ। ਦੇਸ਼ਨ ਸਬਨ ਮਨਾਵਤ ਆਨਾ। ਉਹ ਤਾਂ ਆਪਣੇ ਜਿਹੜੇ ਰਾਜਨੀਤਿਕ ਕਾਰ ਵਿਹਾਰ ਹੁੰਦੇ ਨੇ, ਰਾਜਿਆਂ ਰਾਣਿਆਂ ਨੂੰ ਆਪਣੇ ਅਧੀਨ ਕਰਦਾ ਫਿਰਦਾ।
ਸਤਿਗੁਰੂ ਜੀ ਨੇ ਬੁਰਹਾਨਪੁਰ ਹੀ ਆਪਣਾ ਡੇਰਾ ਰੱਖਿਆ। केतिक दियोस प्रभु तह रहे। ਕਈ ਦਿਨ ਮਹਾਰਾਜ ਜੀ ਸੰਗਤ ਦਾ ਪ੍ਰੇਮ ਤੇ ਭਾਵਨਾ ਵੇਖ ਕੇ ਇੱਥੇ ਰਹੇ। कव संतोख सिंह जस को कहे। ਮਹਾਕਵੀ ਕਵੀ ਰਾਜ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਚੂੜਾਮਣੀ ਜੀ ਕਹਿੰਦੇ ਮੈਂ ਕਲਗੀਧਰ ਦਾ ਜਸ ਕਹਿਣਾ, ਸਤਿਗੁਰਾਂ ਦੀ ਸੋਭਾ ਵਰਣਨ ਕਰਦਾ ਹਾਂ, ਵੱਡੇ ਦੀਆਂ ਵਡਿਆਈਆਂ ਵੱਡਿਆਂ ਕਰਕੇ ਸਲਾਉਂਦਾ ਹਾਂ, ਮਹਾਰਾਜ ਜੀ ਦਾ ਜਸ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖੇਮਾ। ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਬੁਰਹਾਨਪੁਰ ਨਗਰ ਦੇ ਵਿੱਚ ਜਿਵੇਂ ਨਿਵਾਸ ਕੀਤਾ ਹੈ, ਇੱਥੋਂ ਜਿਵੇਂ ਨਾਂਦੇੜ ਨੂੰ ਸ੍ਰੀ ਹਜੂਰ ਸਾਹਿਬ ਨੂੰ ਮਹਾਰਾਜ ਜੀ ਜਾ ਰਹੇ ਨੇ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ। ਗੁਰੂ ਜਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੇ ਖੇਮਾ। ਵਾਹਿਗੁਰੂ 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 वाहेगुरु 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 ਵਾਹਿਗੁਰੂ 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 वाहेगुरु 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 ਵਾਹਿਗੁਰੂ 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 वाहेगुरु 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 हे अच्युत हे पार ब्रह्म अबनासी अगनास हे पूरन हे सर्वमय दुख पंजन गुणतास हे संगी हे निरंकार हे निर्गुण सब टेक हे गोबिंद हे गुण निधान जाके सदा बेक हे अपरंपर हर हरे है पी होवन हार हे संत कै सदा संग निधाराया दार हे ठाकुर हों दासरो मैं निर्गुण गुण नहीं कोय नानक दीजै नाम दान राखो ही परोय आए प्रभ शरणागति कृपा निध दयाल एक अखर हर मन बस्त नानक होत निहाल वाहिगुरु नाम जहाज है चढ़े सो उतरे पार जो शरदा कर सेवंदे गुर पार उतारन हार वाहिगुरु नाम जहाज है चढ़े सो उतरे पार जो शरदा कर सेवंदे गुर पार उतारन हार वाहिगुरु जी का खालसा ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ ਬੇਨਤੀ ਹੈ ਨਗਰ ਕੀਰਤਨ ਦੇ ਸੰਬੰਧ ਵਿੱਚ ਕਿ ਨਗਰ ਕੀਰਤਨ ਮੋਤੀ ਬਾਗ ਸਾਹਿਬ ਵੱਲ ਨਹੀਂ ਜਾਵੇਗਾ, ਕੇਵਲ ਸ਼ਬਦ ਚੌਂਕੀ ਦੇ ਰੂਪ ਦੇ ਵਿੱਚ ਪੰਜਾਂ ਪਿਆਰਿਆਂ ਦੀ ਅਗਵਾਈ ਵਿੱਚ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿਖੇ ਪ੍ਰਕਰਮਾ ਦਰਬਾਰ ਦੇ ਅੰਦਰ ਹੀ ਹੋਵੇਗੀ। ਤੋ ਨਗਰ ਕੀਰਤਨ ਜਿਹੜਾ ਉਹ ਬਾਜ਼ਾਰਾਂ ਦੇ ਵਿੱਚੋਂ ਦੀ ਲੰਘ ਕੇ ਮੋਤੀ ਬਾਗ ਸਾਹਿਬ ਨਹੀਂ ਜਾਣਾ। ਕੱਲ ਸਵੇਰੇ 11 ਵਜੇ ਸ਼ਬਦ ਚੌਂਕੀ ਦੇ ਰੂਪ ਵਿੱਚ ਜਿਵੇਂ ਰਾਤ ਨੂੰ ਸੋਹਿਲਾ ਸਾਹਿਬ ਦੀ ਬਾਣੀ ਵੇਲੇ ਸੁਖਾਸਣ ਵੇਲੇ ਸ਼ਬਦ ਚੌਂਕੀ ਹੁੰਦੀ ਹੈ, ਉਸ ਤਰੀਕੇ ਨਾਲ ਸ਼ਬਦ ਚੌਂਕੀ ਦੇ ਰੂਪ ਦੇ ਵਿੱਚ ਹੀ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਦੀ ਹਦੂਦ ਦੇ ਅੰਦਰ ਹੀ ਇਹ ਨਗਰ ਕੀਰਤਨ ਹੋਣਗੇ। ਜਿਹੜੇ ਹਾਜ਼ਰੀਆਂ ਭਰ ਸਕਦੇ ਨੇ ਭਰ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।